यानी ਤੁਹਾਨੂੰ ਐ ਲੱਗਦਾ ਵੀ ਉਹ ਦੁੱਧ ਤੋਂ ਮਲਾਈ ਲਾਉਣ ਨੂੰ ਫਿਰਦੇ ਨੇ ਵੀ ਕੰਮ ਬਿਲਕੁਲ ਇਹ ਸਾਰਾ ਜਿਹੜੀ ਦੇਣ ਆ ਬਲਬੀਰ ਸਿੰਘ ਸਿੱਧੂ ਜੀ ਦੀ ਹੈ ਜਾਂ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ। ਚਲੋ ਯਾਨੀ ਤੁਹਾਨੂੰ ਇਹ ਲੱਗਦਾ ਵੀ ਇਹ ਗੱਲਾਂ ਤਾਂ ਸਿਰਫ ਗੱਲਾਂ ਨੇ, ਉਹ ਗੱਲਾਂ ਨਹੀਂ ਬਈ ਇੱਥੇ ਉਹਨੇ ਭੋਲੇ ਲੋਕ ਆ ਫਿਰ ਮਗਰ ਲੱਗਣੇ, ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ। ਪਿੱਛੇ ਅੱਜ ਹੋਰ ਪਿੱਛੇ ਸੀ ਕੈਪਟਨ ਦੇ ਰੋਜ਼ ਮੋਢਿਆਂ ਤੇ ਚੜੇ ਰਹਿੰਦੇ ਆ ਜਾਂ ਕਿਸੇ ਵੀ ਆਗੂ ਦੇ, ਫਿਰ ਆਪਾਂ ਡਰਪੋਕ ਕਹਿ ਸਕਦੇ ਵੀ ਉਹ ਡਰ ਗਏ, ਛੱਡ ਕੇ ਭੱਜੇ ਆ, ਵੀ ਉਹ ਛੱਡ ਕੇ ਭੱਜ ਗਏ ਸੀ, ਡਰਪੋਕ ਸੀ, ਤਿਆਗ ਨਹੀਂ ਸੀ, ਤਿਆਗ ਨਹੀਂ। ਜਿਹੜੀ ਉਹ ਗੱਲ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਜਿਹੜੀ ਕੁੱਕੜ ਖੇ ਉੱਡੀ ਹੈ ਵੀ ਮੈਨੂੰ ਲੱਗਦਾ ਸ਼ਾਇਦ ਹੀ ਇਹੋ ਜਿਹੀ ਸੱਤਾਧਾਰੀ ਧਿਰ ਦੇ ਮੌਕੇ ਕਦੇ ਹੋਈ ਹੋਵੇ। ਜਿਹਨੀ ਆਪ ਜਾ ਰਿਹਾ ਉਹ ਪ੍ਰਭਾਵ ਤਾਂ ਇਹ ਜਾ ਰਿਹਾ ਵੀ ਇਹਦੇ ਨਾਲ ਕੇਵਲ ਸਿੰਘ ਢਿੱਲੋਂ ਕਮਜ਼ੋਰ ਹੋ ਰਹੇ ਨੇ। ਜੇ ਕਿਸੇ ਦਾ ਵਿਰੋਧ ਕਰੀਦਾ ਉਹ ਵੀ ਡਟ ਕੇ ਕਰੀਦਾ, ਜਿਹਦੇ ਨਾਲ ਖੜ ਗਏ ਕਿਸੇ ਦੀ ਗੱਡੀ 'ਚ ਬਹਿ ਕੇ ਉਹਨਾਂ ਦੋਗਲਾਪਣ ਨਹੀਂ ਕੀਤਾ, ਉਹਦੀ ਠੋਕ ਕੇ ਮਦਦ ਕਰੀ ਜੋ ਕਿਤੇ ਨਾ ਕਿਤੇ। ਢਿੱਲੋਂ ਸਾਹਿਬ ਇਹ ਗੱਲ ਤੁਸੀਂ ਲੁਕੋਗੇ ਹਾਂਜੀ ਵੀ ਕੌਣ ਆਗੂ ਸੀ ਜਿਨ੍ਹਾਂ ਨੇ ਵਿਰੋਧ ਕਰਕੇ ਆਉਣ ਨਹੀਂ ਦਿੱਤਾ, ਉਹ ਗੱਲ ਤਾਂ ਕਲੀਅਰ ਕਰ ਦੇਣੀ ਚਾਹੀਦੀ ਹੈ ਵੀ ਹਾਂ। ਢਿੱਲੋਂ ਸਾਹਿਬ ਅੱਜ ਕੱਲ੍ਹ ਤੁਹਾਡੀਆਂ ਸਰਗਰਮੀਆਂ ਬਹੁਤ ਵਧੀਆ ਹੋਈਆਂ, ਹਾਂਜੀ, ਇਹਦਾ ਕੀ ਕਾਰਨ ਹੈ? ਟੂਡੇ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਖਰੀਆਂ ਗੱਲਾਂ ਪ੍ਰੋਗਰਾਮ ਦੇ ਵਿੱਚ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਕੁਲਦੀਪ ਸਿੰਘ ਜੀ ਕਾਲਾ ਢਿੱਲੋਂ, ਜਿਹੜੇ ਸੀਨੀਅਰ ਕਾਂਗਰਸੀ ਆਗੂ ਨੇ ਤੇ ਟਰਾਂਸਪੋਰਟ ਜਿਹੜਾ ਕੀਤਾ ਹੈ ਉਹਦੇ ਨਾਲ ਜੁੜੇ ਹੋਏ ਨੇ ਤੇ ਮਾਲਵਾ ਜ਼ੋਨ ਦੇ ਪ੍ਰਧਾਨ ਵੀ ਰਹੇ ਨੇ। ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਜਿਹੜਾ ਪਿਛੋਕੜ ਹੈ ਜਿਹੜਾ ਉਹ ਇਸ ਹਾਲਤ ਹੈ ਵੀ ਇਹਨਾਂ ਤੋਂ ਵੱਡੇ ਭਰਾ ਹਰਿੰਦਰ ਸਿੰਘ ਸੀਰਾ ਢਿੱਲੋਂ, ਉਹ ਵੀ ਉਹਨਾਂ ਨੇ ਯੂਥ ਕਾਂਗਰਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਉਹਦੀ ਮਜ਼ਬੂਤੀ ਦੇ ਲਈ। ਤੇ ਉਹਨਾਂ ਨੂੰ ਸਭ ਤੋਂ ਪਹਿਲੀ ਵਾਰ 1992-93 ਦੇ ਵਿੱਚ ਉਹਨਾਂ ਨੂੰ ਯੂਥ ਕਾਂਗਰਸ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਜਦੋਂ ਅਕਾਲੀ ਭਾਰਤੀ ਜਨਤਾ ਪਾਰਟੀ ਦੀ 1997 ਦੇ ਵਿੱਚ ਸਰਕਾਰ ਬਣੀ, ਉਹ ਸਰਕਾਰ ਦੇ ਸਮੇਂ ਉਹਨਾਂ ਨੂੰ ਔਖੇ ਸਮੇਂ ਦੇ ਵਿੱਚ ਜਦੋਂ ਕਾਂਗਰਸ ਦੀ ਜਿਹੜੀ ਹਾਲਤ ਹੈ ਉਹ ਬਹੁਤੀ ਚੰਗੀ ਨਹੀਂ ਸੀ, ਉਦੋਂ ਕਾਂਗਰਸ ਪਾਰਟੀ ਨੂੰ ਜਿਹਨੇ ਯੂਥ ਵਿੰਗ ਨੂੰ ਮਜ਼ਬੂਤ ਕਰਨ ਲਈ ਜਿਹੜੀ ਜ਼ਿੰਮੇਵਾਰੀ ਹੈ ਉਹ ਹਰਿੰਦਰ ਸਿੰਘ ਜੀ ਸੀਰਾ ਢਿੱਲੋਂ ਨੂੰ ਦਿੱਤੀ ਗਈ ਸੀ। ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਕੀਤਾ ਹੋਇਆ ਕੰਮ ਸੀ ਉਹ ਕੰਮ ਇਸ ਕਦਰ ਸਿਰ ਚੜ੍ਹ ਕੇ ਬੋਲਿਆ। ਜਿਹੜਾ ਸੀਰਾ ਢਿੱਲੋਂ ਹੈ ਉਹਨਾਂ ਨੂੰ ਪੰਜਾਬ ਦੇ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਦੀਆਂ ਸੇਵਾਵਾਂ ਨਿਭਾਉਣ ਦਾ ਮੌਕਾ ਵੀ ਮਿਲਿਆ। ਇੱਕ ਜਾਣੀ ਪਛਾਣੀ ਜਿਹੜੀ ਹਸਤੀ ਹੈ ਉਹਨਾਂ ਦੇ ਸੀਰਾ ਢਿੱਲੋਂ ਦੇ ਭਰਾ ਨੇ ਕੁਲਦੀਪ ਸਿੰਘ ਕਾਲਾ ਢਿੱਲੋਂ ਜੀ। ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਂ ਢਿੱਲੋਂ ਸਾਹਿਬ, ਅੱਜ ਕੱਲ੍ਹ ਤੁਹਾਡੀਆਂ ਸਰਗਰਮੀਆਂ ਬਹੁਤ ਵਧੀਆ ਹੋਈਆਂ, ਹਾਂਜੀ, ਇਹਦਾ ਕੀ ਕਾਰਨ ਹੈ? ਕਾਰਨ ਤਾਂ ਜੀ ਇੱਥੇ ਜਿਵੇਂ ਜਿਹੜੇ ਕਾਂਗਰਸ ਦੇ ਜਿਹੜੇ ਵਰਕਰ ਨੇ ਜਾਂ ਹੋਰ ਆਗੂ ਨੇ ਉਹ ਕਾਫੀ ਡਿਮੋਰਲਾਈਜ਼ ਹੋਏ ਬੈਠੇ ਸੀਗੇ। ਸਾਡੇ ਜਿਨ੍ਹਾਂ ਨੇ ਮੈਂ ਤਾਂ ਚੁੱਪ ਕਰਿਆ ਬੈਠਾ ਸੀ, ਵਾਰ-ਵਾਰ ਉਹਨਾਂ ਨੇ ਮੈਨੂੰ ਕਿਹਾ ਵੀ ਕੁਛ ਕਰੋ, ਤੁਸੀਂ ਅੱਗੇ ਲੱਗੋ। ਤੇ ਉਹ ਸਾਰਾ ਕੁਝ ਦੇਖ ਕੇ, ਇੱਥੋਂ ਦਾ ਮਾਹੌਲ ਦੇਖ ਕੇ ਮੇਰੇ ਵੀ ਮਨ ਨੂੰ ਲੱਗਿਆ ਵੀ ਯਾਰ ਇਹ ਜ਼ਿਆਦਾ ਮਤਲਬ ਨੁਕਸਾਨ ਹੋ ਰਿਹਾ, ਵੀ ਇਹਨਾਂ ਨੂੰ ਐਕਟਿਵ ਕਰਨ ਵਾਸਤੇ ਪਾਰਟੀ ਦੀ ਮਜ਼ਬੂਤੀ ਲਈ ਮੈਨੂੰ ਅੱਗੇ ਆਉਣਾ ਚਾਹੀਦਾ। ਕਿਉਂਕਿ ਮੈਂ ਮਹਿਸੂਸ ਕਰਦਾ ਵੀ ਜਿਵੇਂ ਮੇਰੇ ਭਰਾ ਨੇ ਵੀ ਪਹਿਲਾਂ ਇੱਥੇ ਕਾਂਗਰਸ ਲਈ ਕੰਮ ਕੀਤਾ, ਯੂਥ ਕਾਂਗਰਸ ਦੇ ਵਿੱਚ ਰਹਿ ਕੇ ਪਿੰਡਾਂ ਵਿੱਚ ਜਾ ਕੇ ਮੁਹੱਲੇ ਜਾ ਕੇ ਕਮੇਟੀਆਂ ਬਣਾਈਆਂ, ਪਾਰਟੀ ਨੂੰ ਮਜ਼ਬੂਤ ਕੀਤਾ, ਤਾਂ ਮੈਨੂੰ ਕਦੇ ਲੱਗਦਾ ਵੀ ਜਿਹੜੀ ਜਦੋਂ ਕੋਈ ਨੁਕਸਾਨ ਵਾਲੀ ਗੱਲ ਹੁੰਦੀ ਹੈ ਤਾਂ ਵੀ ਉਹ ਤਾਂ ਮੇਰੇ ਮਨ ਨੂੰ ਹੁੰਦਾ ਵੀ ਮੈਨੂੰ ਉਹ ਅੱਗੇ ਆ ਕੇ ਫਰੰਟ ਲਾਈਨ 'ਤੇ ਆ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਦਮ ਚੱਕਣੇ ਚਾਹੀਦੇ। ਢਿੱਲੋਂ ਸਾਹਿਬ, ਇਹ ਜਿਹੜਾ ਅੱਜ ਹੁਣ ਜਿਹੜਾ ਦੁਆਰੇ ਸ਼ੁਰੂ ਹੋਈ ਰਾਜਨੀਤੀ ਹੈ, ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਗਿਆ, ਹਾਂਜੀ, ਚਾਹੀਦੀ ਤਾਂ ਪਾਰਟੀ ਨੂੰ ਮਜ਼ਬੂਤੀ ਸੀ, ਪਰ ਇੱਥੇ ਜਿਹੜੇ ਹਲਕਾ ਇੰਚਾਰਜ ਦੇ ਤੌਰ 'ਤੇ ਕਹੀਏ ਸਰਦਾਰ ਕੇਵਲ ਸਿੰਘ ਢਿੱਲੋਂ, ਤੇ ਨਾਲ ਹੈ ਵੀ 2 ਵਾਰ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿਧਾਇਕ ਰਹਿਣ ਦਾ ਮੌਕਾ ਵੀ ਮਿਲਿਆ ਜੀ। ਵੀ ਲੋਕ ਇਹ ਸਮਝਦੇ ਨੇ ਜਿਹੜੀਆਂ ਤੁਹਾਡੀਆਂ ਸਰਗਰਮੀਆਂ ਨੇ ਵੀ ਇਹ ਢਿੱਲੋਂ ਬਣਾਵ ਢਿੱਲੋਂ ਹੋ ਗਈਆਂ। ਵੀ ਤੁਹਾਨੂੰ ਇਹ ਕੀ ਲੱਗਦਾ ਵੀ ਇਹਦੇ ਨਾਲ ਕੋਈ ਬਗਾਵਤ ਉੱਭਰ ਰਹੀ ਹੈ, ਕੋਈ ਗੁੱਟਬੰਦੀ ਉੱਭਰ ਰਹੀ ਜਾਂ ਕੀ ਹਾਲਤਾਂ ਕੀ? ਅਸੀਂ ਤਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਾਂ ਜੀ। ਤੁਹਾਡੇ ਬੰਦੇ ਵਾਲੇ ਤਾਂ ਆਪਾਂ ਕੋਈ ਗੱਲ ਕੀਤੀ ਨਹੀਂ ਹੈਗੀ। ਬਾਕੀ ਹਰ ਇੱਕ ਦਾ ਰਾਈਟ ਹੈ ਜੋ ਕੰਮ ਕਰਦਾ, ਵੀ ਮੈਂ ਆਪਦੇ ਮਤਲਬ ਅੱਗੇ ਵਧਣ ਦਾ ਹਰੇਕ ਦਾ ਮਨ ਕਰਦਾ। ਅਸੀਂ ਵੀ ਜਦੋਂ ਮਿਹਨਤ ਕਰਦੇ ਅਸੀਂ ਵੀ ਚਾਹਾਂਗੇ ਵੀ ਅਸੀਂ ਅੱਗੇ ਲੱਗ ਕੇ ਕੰਮ ਕਰੀਏ। ਢਿੱਲੋਂ ਸਾਹਿਬ, ਜਿਹੜਾ ਇੱਥੇ ਹੁਣ ਜਿਹੜਾ ਦ੍ਰਿਸ਼ ਬਣਿਆ ਹੋਇਆ ਨਾ ਰਾਜਨੀਤਿਕ ਦ੍ਰਿਸ਼, ਹਾਂਜੀ, ਉਹਦੀਆਂ ਹਾਲਤਾਂ ਇਹ ਦੇਖੋ, ਕਾਂਗਰਸ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਬਾਵਜੂਦ ਵੀ ਹਾਲਤਾਂ ਇਹ ਬਣ ਗਈਆਂ ਵੀ ਕਾਂਗਰਸੀ ਜਿਹੜੇ ਵਰਕਰ ਨੇ ਉਹ ਵੀ ਨਿਰਾਸ਼ ਹੈ, ਸਰਕਾਰੀ ਦਰਬਾਰੇ ਉਹਨਾਂ ਦੀ ਕਿਤੇ ਪੁੱਛ ਨਹੀਂ ਦਿਸਦੀ। ਵੀ ਇਹ ਸਰਕਾਰ ਦਾ ਲੋਕਾਂ ਨੂੰ ਫਾਇਦਾ ਹੈ, ਜਿਹੜਾ ਲੋਕਾਂ ਨੂੰ, ਆਮ ਲੋਕਾਂ ਨੂੰ ਤਾਂ ਛੱਡੋ, ਕਾਂਗਰਸੀ ਵਰਕਰਾਂ ਨੂੰ ਨਿਰਾਸ਼ ਜਦੋਂ ਚਿਹਰੇ ਦੇਖਦੇ ਆ ਤਾਂ ਉਦੋਂ ਤੁਹਾਨੂੰ ਕੀ ਮਹਿਸੂਸ ਹੁੰਦਾ ਵੀ ਇੱਥੇ 2 ਲੀਡਰ ਹੋ ਗਏ, ਤੁਸੀਂ ਕੇਵਲ ਸਿੰਘ ਢਿੱਲੋਂ ਹੋ ਗਏ ਹਲਕਾ ਇੰਚਾਰਜ, ਭਾਵੇਂ ਉਹਨਾਂ 'ਤੇ ਮੰਨਿਆ ਜਾਂਦਾ ਵੀ ਉਹ ਹਲਕੇ 'ਚ ਘੱਟ ਆਉਂਦੇ ਨੇ, ਪਰ ਇੰਚਾਰਜ ਦੀ ਜਿਹੜੀ ਕਮਾਂਡ ਹੈ ਫਿਰ ਵੀ ਉਹਨਾਂ ਦੇ ਕੋਲ ਹੀ ਹੈ, ਯਾਨੀ ਮੋਹ ਹਲਕਾ ਇੰਚਾਰਜ ਨਾਲ ਤਾਂ ਖਾਸਾ ਹੈ ਉਹਨਾਂ ਦਾ, ਤੇ ਪਰ ਆਪ ਉਹ ਹਲਕੇ ਦੇ ਵਿੱਚ ਰਹਿਣ ਨੂੰ ਕਦੇ ਤਰਜੀਹ ਨਹੀਂ ਦਿੰਦੇ। ਹਾਂ, ਇਹ ਕਮੀ ਨੂੰ ਅਸੀਂ ਸਾਰੇ ਮਹਿਸੂਸ ਕਰਦੇ ਹਾਂ, ਵਰਕਰ ਵੀ ਮਹਿਸੂਸ ਕਰਦੇ ਹਾਂ। ਜਿਨ੍ਹਾਂ ਨੇ ਤੁਹਾਡੇ ਪਿੱਛੇ 15 ਸਾਲ
ਤੁਹਾਡੇ ਕਾਫਲਿਆਂ ਨੂੰ ਵੱਡਾ ਕੀਤਾ ਹੋਵੇ, ਤੁਹਾਡੇ ਪਿੱਛੇ ਆਪਦਾ ਟਾਈਮ ਛੱਡਿਆ ਹੋਵੇ, ਪੈਸਾ ਖਰਾਬ ਕੀਤਾ ਹੋਵੇ। ਉਹਨਾਂ ਨੂੰ ਉਮੀਦ ਤਾਂ ਹੁੰਦੀ ਹੈ ਵੀ ਜਦੋਂ ਕੋਈ ਸਾਡੇ ਆਗੂ ਦਾ ਕਿਤੇ ਉੱਪਰ ਹੱਥ ਪੈਂਦਾ ਜਾਂ ਸਾਡੀ ਸਰਕਾਰ ਆ ਵੀ ਸਾਡੀ ਸੁਣਵਾਈ ਹੋਵੇ, ਸਾਡਾ ਮਾਨ ਸਨਮਾਨ ਹੋਵੇ। ਉਹ ਕਿਤੇ ਨਾ ਕਿਤੇ ਕਮੀਆਂ, ਥੋੜ੍ਹੀਆਂ ਨਹੀਂ ਜ਼ਿਆਦਾ ਕਮੀਆਂ ਮਹਿਸੂਸ ਹੋ ਰਹੀਆਂ। ਢਿੱਲੋਂ ਸਾਹਿਬ, ਇੱਕ ਜਿਵੇਂ ਹੁਣ ਤੁਸੀਂ ਜਿਹੜਾ ਕਿਹਾ ਹੈ ਵੀ ਤੁਹਾਨੂੰ ਪਾਰਟੀ ਦੇ ਕਾਡਰ ਦੀ ਚਿੰਤਾ ਹੈ, ਪਾਰਟੀ ਦੀ ਮਜ਼ਬੂਤੀ ਦੀ ਚਿੰਤਾ ਹੈ, ਤੁਸੀਂ ਤਾਂ 2016 ਦੇ ਵਿੱਚ ਆਪ ਪਾਰਟੀ ਛੱਡ ਕੇ ਚਲੇ ਗਏ ਸੀ, ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਸੀ। ਉਦੋਂ ਇਹੋ ਜਿਹੇ ਕੀ ਕਾਰਨ ਬਣੇ? ਜੋ ਤੁਹਾਡਾ ਪਰਿਵਾਰ ਹੈ, ਜਿਹੜਾ ਤੁਹਾਡੇ ਜਿਹੜੇ ਭਾਈ ਸਾਹਿਬ ਨੇ ਵੱਡੇ ਸਵਰਗੀ ਸੀਰਾ ਢਿੱਲੋਂ ਜੀ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਪੰਜਾਬ ਕਾਂਗਰਸ ਦੇ ਵਿੱਚ, ਉਹਨਾਂ ਦਾ ਚੰਗਾ ਰੁਤਬਾ ਸੀ, ਕੈਪਟਨ ਅਮਰਿੰਦਰ ਸਿੰਘ ਦੇ ਉਹ ਕਰੀਬੀਆਂ 'ਚ ਮੰਨੇ ਜਾਂਦੇ ਸੀ। ਵੀ ਫਿਰ ਇਹੋ ਜਿਹਾ ਕੀ ਵਾਪਰਿਆ ਜਿਹੜਾ ਤੁਸੀਂ ਤਾਂ ਅੱਜ ਕਾਂਗਰਸ ਦੀ ਚਿੰਤਾ ਕਰਦੇ ਹੋ, ਉਦੋਂ ਆਮ ਆਦਮੀ ਪਾਰਟੀ ਛੱਡ ਕੇ ਚਲੇ ਗਏ? ਉਹ ਕੀ ਕਾਰਨ ਰਹੇ ਜੀ? ਉਹਦੇ ਕਾਰਨ ਸੀ, ਮੈਂ ਤਾਂ ਉਸ ਟਾਈਮ ਵੀ ਉਹਨਾਂ ਦੀ ਮਤਲਬ 2014 ਡੈਥ ਹੋਈ ਆ, ਉਦੋਂ ਬਾਅਦ ਵੀ ਜਿੱਥੇ ਵੀ ਮੇਰੀ ਲੋੜ ਪਈ ਪਾਰਟੀ ਨੂੰ, ਚਾਹੇ ਉਹ ਟਰਾਂਸਪੋਰਟੇਸ਼ਨ ਦੀ ਲੋੜ ਪਈ, ਚਾਹੇ ਕਿਤੇ ਰੈਲੀਆਂ 'ਚ ਇਕੱਠ ਕਰਨ ਦੀ ਲੋੜ ਪਈ, ਮੈਂ ਪੂਰਾ ਸਾਥ ਦਿੱਤਾ। ਸਰਦਾਰ ਕੇਵਲ ਸਿੰਘ ਢਿੱਲੋਂ ਦਾ ਵੀ ਸਾਥ ਦਿੱਤਾ, ਹਰ ਥਾਂ 'ਤੇ ਉਹਨਾਂ ਨੂੰ ਸਹਿਯੋਗ ਕਰਦਾ ਰਿਹਾ। ਲੇਕਿਨ ਸਾਡੇ ਪਰਿਵਾਰ 'ਤੇ ਜਦ ਐਡੀ ਵੱਡੀ ਭੀੜ ਪਈ, ਇੱਕ ਮਤਲਬ ਪਰਿਵਾਰ 'ਚੋਂ ਜੀ ਚਲਾ ਗਿਆ, ਜਦੋਂ ਉਹ ਦੁੱਖ ਦੇ ਵਿੱਚ ਪੋਲੀਟਿਕਸ ਹੋਣ ਲੱਗ ਗਈ, ਰਾਜਨੀਤੀ ਹੋਣ ਲੱਗ ਗਈ, ਉਹ ਮੈਥੋਂ ਬਰਦਾਸ਼ਤ ਨਹੀਂ ਹੋਈ। ਤੁਹਾਨੂੰ ਪਤਾ ਹੀ ਹੋਊਗਾ, ਸਾਰੇ ਲੋਕ ਜਾਣਦੇ ਆ ਵੀ ਇਹਦਾ ਕਾਰਨ ਕੀ ਸੀ ਮੇਰੇ ਜਾਣ ਦਾ। ਵੀ ਜਦ ਮਹਾਰਾਣੀ ਦੁੱਖ ਦੇ ਵਿੱਚ ਪੋਲੀਟਿਕਸ ਦਾ ਨਹੀਂ ਮੈਨੂੰ ਸਮਝ ਆਈ ਵੀ ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਮਹਾਰਾਣੀ ਪ੍ਰਨੀਤ ਕੌਰ ਨੇ ਮੇਰੇ ਘਰ ਅਫਸੋਸ ਕਰਨ ਵਾਸਤੇ ਆਉਣਾ ਸੀ, ਉਹ ਵੀ 2 ਸਾਲ ਬਾਅਦ ਆਉਣ ਦਾ ਪ੍ਰੋਗਰਾਮ ਬਣਿਆ ਸੀ। ਮੈਨੂੰ ਮੈਸੇਜ ਲੱਗਿਆ ਵੀ ਉਹ ਘਰ ਆ ਰਹੇ ਨੇ। ਮੈਂ ਵੈਲਕਮ, ਕੋਈ ਪੋਲੀਟੀਕਲ ਪ੍ਰੋਗਰਾਮ ਤਾਂ ਹੈ ਨਹੀਂ ਸੀ, ਪਰ ਉਹ ਕੁਛ ਲੋਕਾਂ ਨੂੰ ਨਹੀਂ ਰਾਸ ਆਇਆ ਵੀ ਕੋਈ ਇੱਕ ਮਤਲਬ ਮਹਾਰਾਣੀ ਵਰਗੀ ਲੀਡਰ ਵੀ ਉਹਨਾਂ ਦੇ ਘਰ ਆ ਰਹੀ ਆ, ਜਾਂ ਉਹਨਾਂ ਨੂੰ ਪਤਾ ਨਹੀਂ ਇਸ ਤਰ੍ਹਾਂ ਕਿਉਂ ਮਤਲਬ ਉਹਨਾਂ ਨੇ ਇਹ ਘਟੀਆ ਹਰਕਤ ਕੀਤੀ। ਤਾਂ ਉਹਨਾਂ ਨੇ ਆਪਣੇ ਸੋਰਸ ਰਾਹੀਂ ਉਹ ਮਹਾਰਾਣੀ ਦਾ ਪ੍ਰੋਗਰਾਮ ਕੈਂਸਲ ਕਰਾਤਾ। ਤਾਂ ਮੈਨੂੰ ਉਸ ਗੱਲ ਦਾ ਕਾਫੀ ਦੁੱਖ ਹੋਇਆ ਵੀ ਯਾਰ ਵੀ ਜੇ ਸਾਡੇ ਦੁੱਖ ਦੇ ਵਿੱਚ ਵੀ, ਸਾਡੇ ਐਡੇ ਵੱਡੇ ਦੁੱਖ ਦੇ ਵਿੱਚ ਵੀ ਉਹ ਵੀ 2 ਸਾਲ ਬਾਅਦ ਕਿਸੇ ਨੇ ਆਉਣਾ ਹੋਵੇ ਅਤੇ ਉੱਥੇ ਵੀ ਪੋਲੀਟਿਕਸ ਹੋਵੇ, ਰਾਜਨੀਤੀ ਹੋਵੇ, ਤਾਂ ਉਹ ਫਿਰ ਮੈਥੋਂ ਬਰਦਾਸ਼ਤ ਨਹੀਂ ਹੋਈ। ਤਾਂ ਫਿਰ ਮੈਂ ਇਹ ਵੀ ਮਹਿਸੂਸ ਕਰਦਾ ਵੀ ਜੋ ਅੱਜ ਤਾਂ ਜਿਵੇਂ 2016 ਸੀ, ਉਦੋਂ ਅੱਗੇ 2017 ਦੀ ਇਲੈਕਸ਼ਨ ਸੀ, 6 ਮਹੀਨੇ 7 ਮਹੀਨੇ ਬਾਕੀ ਸੀ, ਵੀ ਜਿਹੜਾ ਅੱਜ ਤਾਂ ਸਾਡੀ ਇਹਨੂੰ ਲੋੜ ਆ। ਜੇ ਸਾਡਾ ਅੱਜ ਇਸ ਤਰ੍ਹਾਂ ਦਾ ਇਹ ਮਤਲਬ ਸਾਡੇ ਨਾਲ ਬਿਹੇਵ ਕਰਦੇ ਆ, ਤਾਂ ਜ਼ਿਆਦਾ ਕੁਝ ਬਣ ਗਏ ਫਿਰ ਸਾਡੇ ਲਈ ਆਪਾਂ ਸਮਝ ਸਕਦੇ ਹਾਂ ਤੁਹਾਡਾ ਕੀ ਸਵਾਲ ਸਰ। ਢਿੱਲੋਂ ਸਾਹਿਬ, ਇਹ ਗੱਲ ਤੁਸੀਂ ਲੁਕੋਗੇ ਹਾਂਜੀ ਵੀ ਕੌਣ ਆਗੂ ਸੀ ਜਿਨ੍ਹਾਂ ਨੇ ਵਿਰੋਧ ਕਰਕੇ ਆਉਣ ਨਹੀਂ ਦਿੱਤਾ, ਉਹ ਗੱਲ ਤਾਂ ਕਲੀਅਰ ਕਰ ਦੇਣੀ ਚਾਹੀਦੀ ਹੈ। ਵੀ ਤੁਸੀਂ ਕਿਹਾ ਵੀ ਜਿਹੜੇ ਤਾਂ ਜਿਨ੍ਹਾਂ ਨੂੰ ਲੱਗਦਾ ਹੋਊਗਾ ਵੀ ਇੱਥੇ ਕੋਈ ਮਤਲਬ ਸਾਡੇ ਬਰਾਬਰ ਕੋਈ ਬੰਦਾ ਉੱਭਰ ਕੇ ਨਾ ਜੇ ਮੰਨ ਲਓ ਮੇਰੇ ਘਰੇ ਕੋਈ ਸਿਰ ਕੱਢ ਆਗੂ ਹੋਰ ਆਉਂਦਾ, ਤਾਂ ਉਹਨਾਂ ਨੂੰ ਲੱਗਦਾ ਹੋਵੇ ਖਾਨੀ ਇਹਦਾ ਕੱਦ ਸਾਡੇ ਨਾਲ ਬਰਾਬਰ ਨਾ ਹੋ ਜਾਏ ਜਾਂ ਥੋੜ੍ਹਾ ਬਹੁਤਾ ਉੱਚਾ ਨਾ ਹੋ ਜਾਏ। ਨਹੀਂ, ਨਾਂ ਲੈਣ ਤੋਂ ਤੁਸੀਂ ਕਿਉਂ ਝਿਜਕਦੇ? ਨਾਂ ਲੈ ਲੈਣਾ ਚਾਹੀਦਾ। ਨਾਂ ਤੁਹਾਨੂੰ ਪਤਾ ਹੀ ਹੈ, ਸਰਦਾਰ ਕੇਵਲ ਸਿੰਘ ਢਿੱਲੋਂ ਵਰਗੇ ਲੀਡਰ ਕੈਂਸਲ ਕਰਾ ਸਕਦੇ, ਹੋਰ ਕਿਸੇ ਦੀ ਕੀ ਹਿੰਮਤ ਹੈ? ਹਾਂ ਵੀ ਇਹ ਠੀਕ ਹੈ। ਉਹਨਾਂ ਤੋਂ ਬਾਅਦ ਇੱਥੇ ਸਾਡਾ ਨਾਂ ਹੈ। ਮੈਨੂੰ ਲੱਗਦਾ ਵੀ ਹੋਰ ਕੋਈ ਇੱਥੇ ਇਸ ਤਰ੍ਹਾਂ ਦਾ ਬੰਦਾ ਹੈ ਵੀ ਨਹੀਂ ਵੀ ਜਿਹੜਾ ਮੇਰਾ ਇਹ ਘਰ ਦਾ ਰੱਖਿਆ ਪ੍ਰੋਗਰਾਮ ਕੈਂਸਲ ਕਰਾ ਦੇ, ਜਾਂ ਮੈਂ ਹੁਣ ਵੀ ਕਿਸੇ ਲੀਡਰ ਨੂੰ ਸੱਦਾਂ ਤਾਂ ਉਹ ਮੇਰੇ ਘਰ ਦਾ ਪ੍ਰੋਗਰਾਮ ਕੈਂਸਲ ਕਰਵਾ ਦੇਣ। ਢਿੱਲੋਂ ਸਾਹਿਬ, ਜਿੱਥੇ ਤੁਸੀਂ ਇਹ ਗੱਲ ਕਹੀ ਹੈ ਠੀਕ ਹੈ ਵੀ ਢਿੱਲੋਂ ਸਾਹਿਬ ਦਾ ਵੀ ਹਲਕੇ ਦੇ ਲੀਡਰ ਸੀ, ਵੀ ਉਹਨਾਂ ਤੋਂ ਬਿਨਾਂ ਹੋਰ ਕਿਸੇ ਨੂੰ ਕੋਈ ਇੱਥੇ ਆਉਣ ਦੀ ਕੋਈ ਜੈਲਸੀ ਜਾਂ ਦਿੱਕਤ ਵੀ ਨਹੀਂ ਸੀ ਹੋ ਸਕਦੀ। ਹਾਂਜੀ, ਇਹ ਗੱਲ ਮੰਨੀ ਜਾ ਸਕਦੀ ਹੈ। ਹਾਂਜੀ। ਪਰ ਉਦੋਂ ਬਾਅਦ ਦੇ ਵਿੱਚ ਹੁਣ 2019 ਦੇ ਵਿੱਚ ਤੁਸੀਂ ਫੇਰ ਦੁਬਾਰਾ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ, ਵੀ ਇਹ ਇਹੋ ਜਿਹਾ ਕੀ ਕਾਰਨ ਸੀ? ਉਹੀ ਕੇਵਲ ਸਿੰਘ ਢਿੱਲੋਂ ਨੇ ਲੋਕ ਸਭਾ ਦੀ ਚੋਣ ਲੜਨੀ ਸੀ। ਉਹ ਫਿਰ ਢਿੱਲੋਂ ਸਾਹਿਬ ਨੇ ਚੋਣ ਲੜਨੀ ਸੀ, ਸਾਨੂੰ ਕਈ ਬੰਦੇ ਵੀ ਭੇਜੇ, ਆਪ ਹੀ ਮੈਨੂੰ ਫੋਨ 'ਤੇ ਕਹਿੰਦੇ ਰਹੇ ਵੀ ਚਲੋ ਪਿਛਲੀਆਂ ਗੱਲਾਂ ਆਪਾਂ ਛੱਡ ਗਏ, ਵੀ ਅੱਗੇ ਤੋਂ ਆਪਾਂ ਭਰਾ ਬਣ ਕੇ ਅੱਗੇ ਵਧੀਏ, ਮਤਲਬ ਮੈਂ ਚੋਣ ਮੈਨੂੰ ਟਿਕਟ ਮਿਲਣੀ, ਲੜਨੀ ਆ, ਆਪਾਂ ਰਲ ਮਿਲ ਕੇ ਚੱਲੀਏ। ਤਾਂ ਕਿਤੇ ਨਾ ਕਿਤੇ ਮੇਰਾ ਮਨ ਵੀ ਜਿਹੜਾ ਹੈਗਾ ਪਾਰਟੀ ਨਾਲ ਜੁੜਿਆ ਹੋਇਆ ਸੀਗਾ। ਮੈਂ ਮਜਬੂਰੀ ਬਸ ਜਾਂ ਰੋਸ ਵਜੋਂ ਹੀ ਉੱਧਰ ਗਿਆ ਸੀਗਾ, ਅਤੇ ਉੱਥੇ ਮੈਂ ਜਿੰਨਾ ਚਿਰ ਮੈਂ ਉੱਥੇ ਰਿਹਾ, ਮੈਂ ਉੱਥੇ ਵੀ ਇਮਾਨਦਾਰੀ ਨਾਲ ਕੰਮ ਕੀਤਾ, ਉਹਨਾਂ ਨਾਲ ਡਟ ਕੇ ਸਾਥ ਦਿੱਤਾ। ਠੀਕ ਹੈ, ਬਟ ਫਿਰ ਮੇਰਾ ਜਿਹੜਾ ਦਿਲ ਸੀ ਉਹ ਕਾਂਗਰਸ ਵਿੱਚ ਸੀਗਾ। ਜਿਹਨੇ ਐ ਮੰਨ ਲਓ ਜਿਹੜਾ ਸਰੀਰ ਹੈ ਉਹ ਆਪ 'ਚ ਚਲਿਆ ਗਿਆ ਸੀ, ਹਾਂ, ਪਰ ਜਿਹੜਾ ਦਿਲ ਧੜਕਦਾ ਸੀ ਹਾਂ ਕਿਤੇ ਨਾ ਕਿਤੇ ਧੜਕਦਾ। ਹਾਂ ਬਿਲਕੁਲ। ਉਹ ਫਿਰ ਕੁਛ ਇਹਨਾਂ ਨੇ ਐਫਰਟਸ ਕੀਤੇ ਮੈਨੂੰ ਲੈ ਕੇ ਆਉਣ ਵਾਸਤੇ। ਫਿਰ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਮੈਂ, ਕਿਉਂਕਿ ਥੋੜ੍ਹੇ ਸਾਡੇ ਡਿਫਰੈਂਸਿਸ ਜ਼ਿਆਦਾ ਸੀ, ਮੈਂ ਆਉਣਾ ਵੀ ਨਹੀਂ ਸੀ ਚਾਹੁੰਦਾ ਵੀ ਜਦ ਮੈਂ ਜਦੋਂ ਸਿਸਟਮ ਦਾ ਸਾਰਾ ਇਹਨਾਂ ਦੇ ਕੰਟਰੋਲ 'ਚ। ਨਹੀਂ, ਜਿਹੜੇ ਇੱਕ ਮੈਂ ਵਿਚਾਲੇ ਟੋਕਦਾ ਗੱਲ, ਜਿਹੜੇ ਡਿਫਰੈਂਸਿਸ ਸੀ ਉਹ ਕੇਵਲ ਸਿੰਘ ਢਿੱਲੋਂ ਨਾਲ ਸੀ ਜਾਂ ਕਾਂਗਰਸ ਪਾਰਟੀ ਨਾਲ ਸੀ? ਨਹੀਂ, ਪਹਿਲਾਂ ਤੋਂ ਇਹਨਾਂ ਨਾਲ ਹੀ ਥੋੜ੍ਹਾ ਜਿਹਾ ਤਾਂ ਜਿਹੜੀਆਂ ਰਾਜਸੀ ਲੜਾਈਆਂ ਕੁਝ ਨਿੱਜੀ ਬਣ ਗਈਆਂ, ਜਾਂ ਮੈਨੂੰ ਲੱਗਿਆ ਵੀ ਜਦੋਂ ਜਿਵੇਂ ਮਹਾਰਾਣੀ ਵਾਲਾ ਐਪਰੀਸ਼ੀਏਟ ਹੋਇਆ ਨਾ ਵੀ ਯਾਰ ਇਹ ਆਪਣਾ ਨਿੱਜੀ ਰੱਖਦੇ ਨੇ ਹੈ ਨਾ, ਤਾਂ ਕਰਕੇ ਥੋੜ੍ਹਾ ਜਿਹਾ ਉਹ ਬਣਿਆ ਹੋਇਆ ਸੀ ਮਾਹੌਲ ਇਸ ਤਰ੍ਹਾਂ ਦਾ। ਜਾਂ ਜਦੋਂ ਤੁਸੀਂ ਕਿਸੇ ਆਗੂ ਦੇ ਮੰਨ ਲਓ ਮੈਂ ਆਮ ਆਦਮੀ ਚਲਾ ਗਿਆ, ਮੈਂ ਉਹਨਾਂ ਦੀ ਮਦਦ ਕੀਤੀ, ਇਹਨਾਂ ਦਾ ਉਹ ਡਿਫਰੈਂਸਿਸ ਦਾ ਪੈਦਾ ਹੋ ਹੀ ਗਿਆ ਨਾ ਵੀ ਜਦੋਂ ਅਸੀਂ ਕਿਸੇ ਦਾ ਵਿਰੋਧ ਕਰਦੇ ਹਾਂ। ਇਹ ਤਾਂ ਹੈ ਨਹੀਂ ਅਸੀਂ ਸਾਡੇ ਪਰਿਵਾਰ ਦੀ ਇੱਕ ਉਹ ਆ ਵੀ ਕਦੇ ਕਿਸੇ ਨਾਲ ਦੋਗਲੇ ਨਹੀਂ ਚੱਲੇ।
ਜੇ ਕਿਸੇ ਦਾ ਵਿਰੋਧ ਕਰੀਦਾ ਉਹ ਵੀ ਡਟ ਕੇ ਕਰੀਦਾ। ਜਿਹਦੇ ਨਾਲ ਖੜ ਗਏ ਕਿਸੇ ਦੀ ਗੱਡੀ 'ਚ ਬਹਿ ਕੇ ਉਹਨਾਂ ਦੋਗਲਾਪਣ ਨਹੀਂ ਕੀਤਾ, ਉਹਦੀ ਠੋਕ ਕੇ ਮਦਦ ਕਰੀ। ਜੋ ਕਿਤੇ ਨਾ ਕਿਤੇ ਉਹ ਆ ਜਾਂਦੀ ਹੈ ਗੱਲ ਵੀ ਹਾਂ ਸਾਡਾ ਇਹਨਾਂ ਨੇ ਮਤਲਬ ਸਾਡੇ ਉਲਟ ਡਟ ਕੇ ਸਾਥ ਦਿੱਤਾ। ਜਿਹੜੀ ਹੁਣ ਜੋ ਤੁਸੀਂ 2000 ਚਲੋ ਪਹਿਲਾਂ ਵਿਰੋਧ ਕੀਤਾ, ਉਦੋਂ ਲੱਗਦਾ ਵੀ ਉਹਨਾਂ ਦੇ ਮਨ 'ਚ ਇਹ ਗੱਲ ਆ ਗਈ ਹੋਵੇ। ਹੁਣ ਤਾਂ ਜਿਹੜਾ ਮਦਦ ਕੀਤੀ ਸੀ ਲੋਕ ਸਭਾ ਚੋਣਾਂ 'ਚ, ਉਹਦਾ ਮਦਦ ਕੀਤੀ ਸਾਰਾ ਇਲਾਕਾ ਜਾਣਦਾ। ਕਿਉਂ ਅਸਲ 'ਚ ਕੀ ਹੈ, ਜਿਹੜੇ ਤੁਹਾਡੇ ਭਾਈ ਸਾਹਿਬ ਸੀ ਸੀਰਾ ਢਿੱਲੋਂ, ਉਹਨਾਂ ਦਾ ਕੱਦ ਹੈ ਜਿਹੜਾ ਉਹ ਇਕੱਲੇ ਬਰਨਾਲੇ ਹਲਕੇ ਤੱਕ ਸੀਮਤ ਨਹੀਂ ਸੀ। ਜੇ ਆਪਾਂ ਮੰਨੀਏ ਜੋ ਜ਼ਿਲ੍ਹਾ ਪ੍ਰਧਾਨ ਰਹੇ ਨੇ ਉਹ ਕਾਂਗਰਸ ਦੇ, ਤਾਂ ਉਹ ਸੰਗਰੂਰ ਤੇ ਬਰਨਾਲਾ ਜ਼ਿਲ੍ਹਾ ਉਦੋਂ ਇਕੱਠੇ ਹੁੰਦੇ ਸੀ ਵੀ। ਇਸ ਕਰਕੇ ਤੁਹਾਡੇ ਲੋਕ ਸਭਾ ਹਲਕੇ ਦੇ ਵਿੱਚ ਹੀ ਪੂਰਾ ਯੋਗਦਾਨ ਪਾਇਆ, ਮਦਦ ਕੀਤੀ ਹੈ। ਫਿਰ ਮਦਦ ਤੋਂ ਬਾਅਦ ਹੁਣ ਫਿਰ ਦਿਲ ਮਿਲਿਆ ਨਹੀਂ ਹੈ ਜੀ? ਨਹੀਂ, ਦਿਲ ਮਿਲਿਆ। ਮੈਂ ਜਿੰਨਾ ਵੀ ਆਪਦੇ ਬਣਿਓ ਕੀਤਾ ਉਹਨਾਂ ਨਾਲ ਚੱਲਣ ਦੀ ਮੈਂ ਕੋਸ਼ਿਸ਼ ਕੀਤੀ ਆ। ਚੱਲਿਆ ਨਹੀਂ, ਨਾਲ ਚੱਲਿਆ ਹੈ ਨਾ। ਤੁਹਾਨੂੰ ਵੀ ਪਤਾ ਵੀ ਪਾਰਲੀਮੈਂਟ ਜਿੰਨਾ ਕਿਸੇ ਦਾ ਬਿਹਤਰ ਕੰਮ ਤਾਂ ਉਨਾ ਹੀ ਕਰਨਾ, ਉਹਨਾਂ ਲਈ ਪੂਰਾ ਕੰਮ ਕੀਤਾ। ਪਰ ਮੈਂ ਤਾਂ ਹੁਣ ਤਕਰੀਬਨ ਪਿਛਲੇ ਸਾਲ 1.5 ਸਾਲ ਤੋਂ ਚੁੱਪ ਹੀ ਬੈਠਾ ਹੈ ਨਾ। ਕਿਤੇ ਕੋਈ ਵੀ ਚਲੋ ਇਹਨਾਂ ਦਾ ਸਿਸਟਮ ਆ, ਕਿਸੇ ਦੇ ਕੰਮ ਦੇ ਵਿੱਚ ਬਿਨਾਂ ਮਤਲਬ ਤੋਂ ਟੰਗ ਡਾਈ ਜਾਓ ਵੀ ਆਪਾਂ ਦੇਖਦੇ ਇਹਨਾਂ ਨੇ ਪਾਰਟੀ ਨੇ ਇਹਨਾਂ ਨੂੰ ਇੱਥੇ ਆਗੂ ਬਣਾ ਕੇ ਲਾਇਆ ਵੀ ਇਹਨੂੰ ਕੰਮ ਕਰਨ ਦੇ। ਪਰ ਜਦੋਂ ਹੁਣ ਜਿਹੜੇ 4 ਬੰਦੇ ਮੇਰੇ ਪਿੱਛੇ ਨੇ ਜਾਂ ਕੋਈ ਹੋਰ ਵਰਕਰ ਆ ਕੇ ਕਹਿੰਦੇ ਨੇ, ਮਤਲਬ ਉਹ ਇੰਨੇ ਮਤਲਬ ਉਹਨਾਂ ਦਾ ਮਾਹੌਲ ਜਿਹੜਾ ਜਿਹੜੀ ਉਹਨਾਂ ਦੀ ਦੁਰਦਸ਼ਾ ਉਹ ਦੇਖੀ ਨਹੀਂ ਜਾਂਦੀ। ਫਿਰ ਕਿਤੇ ਨਾ ਕਿਤੇ ਮਨ ਨੂੰ ਆਉਂਦਾ ਯਾਰ ਵੀ ਇਹਨਾਂ ਦੀ ਜਦੋਂ ਉਹ ਕਹਿੰਦੇ ਨੇ ਆ ਕੇ ਵੀ ਆਪਾਂ ਇਹਦਾ ਕੁਝ ਹੋਣਾ ਚਾਹੀਦਾ, ਆਪਾਂ ਐਕਟਿਵ ਹੋਈਏ, ਪਾਰਟੀ ਮਰ ਰਹੀ ਅਸੀਂ ਵੀ ਮਰ ਰਹੇ ਹਾਂ, ਤਾਂ ਉਹਨਾਂ ਦੇ ਕਹਿਣ 'ਤੇ ਮੈਂ ਦੁਬਾਰਾ ਜਿਹੜਾ ਹੈਗਾ ਥੋੜ੍ਹਾ ਸਰਗਰਮੀ ਆਪਦਾ ਕੰਮ ਛੱਡ ਕੇ ਇਸ ਪਾਸੇ ਨੂੰ ਚੱਲਿਆ। ਨਹੀਂ, ਹੁਣ ਜਿਹੜਾ ਤੁਹਾਨੇ ਸਰਗਰਮੀਆਂ ਤਾਂ ਸ਼ੁਰੂ ਕਰਤੀਆਂ, ਜਿਹੜੀ ਤੁਹਾਡਾ ਤਾਂ ਸਾਫ਼ ਕਹਿਣਾ ਹੈ ਵੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਚੱਲੇ ਆ। ਹਾਂਜੀ। ਪਰ ਜਿਹੜਾ ਹਲਕੇ ਦੇ ਵਿੱਚ ਪ੍ਰਭਾਵ ਜਾ ਰਿਹਾ ਹੈ, ਉਹ ਪ੍ਰਭਾਵ ਤਾਂ ਇਹ ਜਾ ਰਿਹਾ ਵੀ ਇਹਦੇ ਨਾਲ ਕੇਵਲ ਸਿੰਘ ਢਿੱਲੋਂ ਕਮਜ਼ੋਰ ਹੋ ਰਹੇ ਨੇ। ਜੇ ਪਾਰਟੀ ਦੀ ਮਜ਼ਬੂਤੀ ਅਸੀਂ ਤਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਹਾਂ ਨਾ। ਜੇ ਇਹੋ ਜਿਹਾ ਕੋਈ ਕੰਮ ਕਰੂਗਾ, ਜੇ ਮੈਂ ਚੰਗਾ ਕੰਮ ਕਰੂੰਗਾ, ਮੈਂ ਲੋਕਾਂ ਨਾਲ ਖੜੂੰਗਾ ਤਾਂ ਮਤਲਬ ਉਸ ਤਰ੍ਹਾਂ ਹੀ। ਪਰ ਮੈਂ ਕੋਈ ਪਾਰਟੀ ਦੇ ਵਿਰੋਧੀ ਦਾ ਕੋਈ ਗੱਲ ਨਹੀਂ ਕਰ ਰਿਹਾ, ਕਿਸੇ ਨੂੰ ਅਸੀਂ ਪਾਰਟੀ ਦੇ ਉਲਟ ਅਸੀਂ ਤਾਂ ਹਰੇਕ ਨੂੰ ਪਾਰਟੀ ਦੇ ਨਾਲ ਜੋੜ ਰਹੇ ਹਾਂ। ਜਿਹੜੇ ਵਰਕਰ ਡਿਮੋਰਲਾਈਜ਼ ਹੋ ਕੇ ਘਰੇ ਬੈਠੇ ਉਹਨਾਂ ਨੂੰ ਮਿਲ ਰਹੇ ਹਾਂ ਵੀ ਤੁਸੀਂ ਤਕੜੇ ਹੋਵੋ, ਆਪਾਂ ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰੀਏ। ਠੀਕ ਆ, ਕੋਈ ਜੇ ਉਹਨੂੰ ਕੋਈ ਸਮਝ ਹੀ ਜਾਵੇ ਵੀ ਇਹ ਪਾਰਟੀ ਨੂੰ ਕਰ ਰਿਹਾ ਤਾਂ ਉਹਦੀ ਸਮਝ ਹੈ। ਮੈਂ ਤਾਂ ਉਹਦੀ ਸਮਝ ਦੇ ਮੁਤਾਬਕ ਪਾਰਟੀ ਨੂੰ ਨਹੀਂ, ਪਾਰਟੀ ਦੀ ਮਜ਼ਬੂਤੀ ਤਾਂ ਦੇਖੋ, ਨਗਰ ਕੌਂਸਲ ਦੀਆਂ ਚੋਣਾਂ ਹੋਈਆਂ। ਹਾਂਜੀ। ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਜਿਹੜੀ ਕੁੱਕੜ ਖੇਹ ਉੱਡੀ ਹੈ ਵੀ ਮੈਨੂੰ ਲੱਗਦਾ ਸ਼ਾਇਦ ਹੀ ਇਹੋ ਜਿਹੀ ਸੱਤਾਧਾਰੀ ਧਿਰ ਦੇ ਮੌਕੇ ਕਦੇ ਹੋਈ ਹੋਵੇ। ਜਿਹੜੀ ਡੀਲਿਮਿਟੇਸ਼ਨ ਹੋਈ ਸੀ, ਉਹਦੇ ਤੋਂ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਤੱਕ, ਇਕੱਲੇ ਬਰਨਾਲੇ ਹੀ ਨਹੀਂ ਆਲੇ ਦੁਆਲੇ ਦੇ ਵਿੱਚ ਵੀ ਜਿਹੜੀ ਚੋਣਾਂ ਹੋਈਆਂ, ਉਹਦੇ ਤੋਂ ਬਾਅਦ ਕਾਂਗਰਸ ਪਾਰਟੀ ਮਜ਼ਬੂਤੀ ਦੀ ਬਜਾਏ ਕਾਂਗਰਸ ਪਾਰਟੀ 'ਚ ਧੜੇਬੰਦੀ ਵਧੀ ਹੈ। ਦੋਸ਼ ਪੈਸੇ ਲੈਣ ਤੱਕ ਦੇ ਲੱਗਦੇ ਰਹੇ ਨੇ, ਉਹ ਵੀ ਕਿਸੇ ਹੋਰ ਨੇ ਨਹੀਂ, ਕਾਂਗਰਸੀਆਂ ਨੇ ਲਾਏ ਨੇ। ਵੀ ਇਹ ਸਾਰੀਆਂ ਹਾਲਤਾਂ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਵੀ ਕਾਂਗਰਸ ਪਾਰਟੀ ਨੂੰ ਤੁਸੀਂ ਉਭਾਰ ਪਾਓਗੇ ਜਿਹੋ ਜਿਹਾ ਡੈਂਟ ਪੈਂਦਾ ਜਾ ਰਿਹਾ? ਨਹੀਂ, ਸ਼ੋਰ ਮੈਨੂੰ ਉਮੀਦ ਆ ਵੀ ਮੈਂ ਉਹ ਜਿਹੜੀਆਂ ਉਹ ਘਟਨਾ ਵਾਪਰੀਆਂ ਉਹ ਬਹੁਤ ਮੰਦਭਾਗੀਆਂ ਸੀਗੀਆਂ। ਜਿਹੜੀ ਉਹ ਦੁਬਾਰਾ ਵਾਰਡਬੰਦੀ ਤੁਸੀਂ ਗੱਲ ਕਰਦੇ ਹੋ, ਉੱਥੋਂ ਲੈ ਕੇ ਮੈਂ ਸਮਝਦਾ ਵੀ ਉਹ ਗਲਤ ਹੋਇਆ। ਜਿੱਥੇ ਸਾਡੇ ਕੋਲੇ ਜਨਰਲ ਕੈਂਡੀਡੇਟ ਸੀਗਾ ਇਲੈਕਸ਼ਨ ਲੜਨ ਵਾਸਤੇ, ਉਹ ਅਸੀਂ ਰਿਜ਼ਰਵ ਕਰਤੇ। ਜਿੱਥੇ ਸਾਡੇ ਕੋਲ ਰਿਜ਼ਰਵ ਵਾਲਾ ਸੀਗਾ ਮਿਲਿੰਗ ਕੈਂਡੀਡੇਟ, ਉਹ ਅਸੀਂ ਜਨਰਲ ਕਰਤੇ। ਵੀ ਕਈ ਵਾਰਡਾਂ ਦੇ ਵਿੱਚੋਂ ਇਹ ਮਿਸਮੈਨੇਜਮੈਂਟ ਕਰਕੇ ਰੂਲਿੰਗ ਪਾਰਟੀ ਹੋਣ ਦੇ ਬਾਵਜੂਦ 100 ਵੋਟ ਪਈ ਹੈ। ਔਰ ਮੈਂ ਤਾਂ ਇਹ ਵੀ ਸਮਝਦਾ ਵੀ ਜਿਹੜੀ ਸਾਡੀ ਜਿੱਤ ਹੈ, ਜੇ ਸਾਡੇ 31 ਵਾਰਡ ਆ, ਘੱਟੋ ਘੱਟ 28 ਤੋਂ ਅਸੀਂ ਮਤਲਬ ਕਾਂਗਰਸ ਦੇ ਨਿਸ਼ਾਨ 'ਤੇ ਚੋਣ ਲੜੀ ਹੈ। 28 ਤੇ ਲੜੇ ਗਏ। ਹਾਂ, 2800 ਮੈਂ ਚਾਹੁੰਦਾ ਘੱਟੋ ਘੱਟ 23-24 ਸੀਟਾਂ ਸਾਨੂੰ ਆਉਣੀਆਂ ਚਾਹੀਦੀਆਂ ਸੀ, ਜਿਹੜੀਆਂ ਅਸੀਂ 15 ਦੇ ਮਤਲਬ ਜਾਂ 15-16 ਰਹਿ ਗਈਆਂ। ਢਿੱਲੋਂ ਸਾਹਿਬ, ਇਸ ਤੋਂ ਬਿਨਾਂ ਇੱਕ ਗੱਲ ਹੋਰ ਮੈਂ ਜ਼ਿਕਰ ਕਰਨਾ ਚਾਹੁੰਦਾ। ਜਿਹੜਾ ਸਾਡੇ ਜਿਹੜੇ ਦਰਸ਼ਕ ਹੈ ਉਹ ਵੀ ਗਾਹੇ ਬਗਾਹੇ ਜਦੋਂ ਕਿਤੇ ਗੱਲ ਕਰਦੇ ਆ ਤਾਂ ਉਹ ਮਹਿਸੂਸ ਕਰਦੇ ਨੇ ਵੀ ਬਰਨਾਲਾ ਨਗਰ ਕੌਂਸਲ ਦੇ ਵਿੱਚ ਜਿਹੜੀ ਨਗਰ ਕੌਂਸਲ ਦਾ ਜਿਵੇਂ ਕਹਿੰਦੇ ਵੀ ਭੀਸ਼ਮ ਪਿਤਾਮਾ ਕਹੇ ਜਾਂਦੇ ਸੀ ਮਹੇਸ਼ ਕੁਮਾਰ ਲੋਟਾ। ਹਾਂਜੀ। ਜਿਹੜੇ ਲਗਾਤਾਰ ਐ ਮਤਲਬ 10 ਸਾਲ ਇੱਥੇ ਅਕਾਲੀ ਦਲ ਦੀ ਸਰਕਾਰ ਵੀ ਰਹੀ, ਬਾਵਜੂਦ ਵੀ ਉਹ ਜਿੱਤਦੇ ਰਹੇ। ਐਤਕੀ ਹਾਲਤ ਇਹ ਰਹੀ ਵੀ ਉਹ ਵੀ ਹਾਰ ਕੇ ਤੁਹਾਡੇ ਜਿਹੜੇ ਮਤਲਬ ਵੱਡੇ ਕੱਦਾਵਾਰ ਆਗੂ ਸੀ, ਹੋਰ ਕੋਈ ਇਸ ਤਰ੍ਹਾਂ ਦਾ ਕਾਂਗਰਸ 'ਚ ਨਹੀਂ ਦਿਸਦਾ ਜਿਹੜਾ ਲਗਾਤਾਰ 4-5 ਵਾਰ ਜਿਨ੍ਹਾਂ ਨੂੰ ਜਿੱਤਣ ਦਾ ਮੌਕਾ ਮਿਲਿਆ ਹੋਵੇ। ਹਾਂ, ਉਹ ਵੀ ਬਹੁਤ, ਮੈਂ ਉਹੀ ਸਮਝਦਾ ਵੀ ਬੜੀ ਇਹ ਮੰਦਭਾਗੀ ਗੱਲ ਹੋਈ ਜਿਹੜੀ ਵਾਰਡਬੰਦੀ ਤੋਂ ਲੈ ਕੇ ਹੋਈ ਹੈ। ਉਹਨਾਂ ਦੀ ਹਾਰ ਨੂੰ ਤੁਸੀਂ ਕੀ ਸਮਝਦੇ ਹੋ? ਵੀ ਹਾਂ, ਉਹਨਾਂ ਨੂੰ ਵੀ ਵਿੱਚ ਦੇਖੋ, ਉਹਨਾਂ ਦੇ ਜਿੱਥੋਂ ਉਹ ਚੋਣ ਲਗਾਤਾਰ ਜਿੱਤਦੇ ਆ, ਜਿੱਥੇ ਬੰਦੇ ਨੇ ਕੰਮ ਕੀਤੇ ਆ ਉਹ ਵਾਰਡ ਨੂੰ ਅਸੀਂ ਰਿਜ਼ਰਵ ਕਰ ਦਿੰਦੇ ਹਾਂ। ਜਿੱਥੋਂ ਕਾਂਗਰਸ ਨੂੰ 200-250 ਵੋਟ ਪੈਂਦੀ ਹੈ, ਉੱਥੋਂ ਅਸੀਂ ਉਹਨੂੰ ਇਲੈਕਸ਼ਨ ਲੜਾਉਣੇ ਆ। ਇਟ ਮੀਨਜ਼ ਕਿ ਆਪਣੇ ਸਾਡੇ ਉਹਦੇ ਪ੍ਰਤੀ ਜਿਹੜੀ ਮਨ 'ਚ ਕੋਈ ਮਾੜੀ ਭਾਵਨਾ ਸੀ, ਜਿਹਨੀ ਤੁਹਾਨੂੰ ਲੱਗਦਾ ਵੀ ਇਹ ਸਾਰਾ ਕੁਝ ਪਲੈਨਿੰਗ ਨਾਲ ਹੋਇਆ। ਪਰ ਫਿਰ ਵੀ ਉਹਨਾਂ ਦੀ ਮੈਂ ਬੜੇ ਉਹ ਮਤਲਬ ਉਹਨਾਂ ਦਾ ਸਿਸਟਮ ਬਣਿਆ। ਫਿਰ ਵੀ ਜਿੱਥੋਂ 250-300 ਵੋਟ ਕਾਂਗਰਸ ਨੂੰ ਪੈਂਦੀ, ਜਿੱਥੋਂ 900-950 ਵੋਟ ਲੈ ਗਿਆ ਕਾਂਗਰਸ ਨੂੰ, ਫਿਰ ਵੀ ਉਹ ਅੱਗੇ ਲੈ ਕੇ ਗਏ ਆ। ਮਤਲਬ ਮੈਂ ਤਾਂ ਉਹਨਾਂ ਦੀ ਹਾਰ ਨਹੀਂ ਮੰਨਦਾ ਵੀ ਉਹ ਹਾਰੇ ਨੇ।
ਜਿੱਥੋਂ ਫਿਰ ਵੀ ਉਹਨਾਂ 600-700 ਇੱਕ ਮਤਲਬ ਤਿੱਗਣੀ ਵੋਟ ਲੈ ਗਏ ਉੱਥੋਂ ਕਾਂਗਰਸ ਦੇ ਲਈ। ਨਹੀਂ ਢਿੱਲੋਂ ਸਾਹਿਬ, ਜਦੋਂ ਆਪਾਂ ਬਾਰ-ਬਾਰ ਜ਼ਿਕਰ ਕਰਦੇ ਹਾਂ ਵੀ ਇਹ ਪਲੈਨਿੰਗ ਨਾਲ ਇੱਥੇ ਡੀਲਿਮਿਟੇਸ਼ਨ ਹੈ ਜਿਹੜੀ ਪਲੈਨਿੰਗ ਨਾਲ ਹੋਈ, ਉਮੀਦਵਾਰ ਕਾਂਗਰਸੀ ਹਰਾਏ ਗਏ, ਜਿਵੇਂ ਰਜੀਵ ਲੂਬੀ ਦਾ ਜ਼ਿਕਰ ਵੀ ਸ਼ਹਿਰ ਦੇ ਵਿੱਚ ਆਮ ਚਰਚਾ ਚੱਲਦੀ ਹੈ, ਜਿਹੜੇ ਵੀ ਉਹ ਵੀ ਕਿਹਾ ਇਹ ਜਾਂਦਾ ਹੈ ਵੀ ਉਹਨਾਂ ਨੂੰ ਵੀ ਜਿਹੜਾ ਅਕਾਲੀ ਦਲ ਨੇ ਜਾਂ ਭਾਰਤੀ ਜਨਤਾ ਪਾਰਟੀ ਨੇ ਨਹੀਂ ਹਰਾਇਆ, ਵੀ ਉਹਨਾਂ ਨੂੰ ਵੀ ਕਾਂਗਰਸੀਆਂ ਦੇ ਰਲ ਕੇ ਹਰਾਇਆ। ਵੀ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਪਲੈਨਿੰਗ ਦੀਆਂ ਆਪਾਂ ਗੱਲਾਂ ਸੋਚਦੇ ਹਾਂ ਵੀ ਇਹ ਫਿਰ ਫੁੱਟ ਨਹੀਂ ਵਧਾਉਂਦੀਆਂ, ਇਹਨਾਂ ਤੋਂ ਫੁੱਟ ਵਧੂਗੀ। ਹਾਂ, ਫੁੱਟ ਵੱਧਦੀ ਹੈ ਜੀ। ਜੇ ਤੁਸੀਂ ਆਪਣੇ ਜਿਹੜੇ ਤੁਹਾਡੇ ਪਾਰਟੀ ਦੇ ਜਿਹੜੇ ਆਗੂ ਆ ਜਾਂ ਤੁਹਾਡੇ ਵਰਕਰ ਨੇ, ਇਹ ਤੁਹਾਡੇ ਪਿੱਲਰ ਨੇ ਜਾਂ ਨੀਹਾਂ ਨੇ, ਵਰਕਰ ਨੀਹਾਂ ਨੇ, ਉਹਦੇ ਉੱਪਰ ਜਿਹੜੇ ਆਗੂ ਆ ਪਿੱਲਰ ਹੁੰਦੇ ਨੇ, ਠੀਕ ਹੈ। ਜਿਹੜਾ ਉਹਦਾ ਲੀਡਰ ਆ ਉਹ ਲੈਂਟਰ ਹੁੰਦਾ, ਠੀਕ ਹੈ। ਜੇ ਤੁਹਾਡੀ ਨੀਂਹ ਖਤਮ ਹੋ ਗਈ ਜਾਂ ਤੁਹਾਡੇ ਪਿੱਲਰ ਹੀ ਕਮਜ਼ੋਰ ਹੋ ਗਏ ਤਾਂ ਲੈਂਟਰ ਕਿਵੇਂ ਖੜੂਗਾ? ਯਾਨੀ ਹੁਣ ਪਿੱਲਰ ਤੁਹਾਨੂੰ ਕਮਜ਼ੋਰ ਲੱਗਦੇ ਆ? ਬਿਲਕੁਲ ਕਮਜ਼ੋਰ ਕਰਤੇ ਜੀ ਇਹਨਾਂ ਨੇ। ਤੁਸੀਂ ਜਿਹੜੇ ਦੇਖੋ ਸਾਰਾ ਸ਼ਹਿਰ ਅਸੀਂ ਹਾਰ ਗਏ, ਜਿੱਥੋਂ ਜਿਹੜੀ ਕਾਂਗਰਸ ਦੀ 100% ਵੋਟ ਪੈਂਦੀ ਹੈ, 90% ਤੋਂ ਵੋਟ ਪੈਂਦੀ ਹੈ, ਉੱਥੋਂ ਸਾਡੇ ਕੈਂਡੀਡੇਟ ਹਾਰ ਗਏ। ਜੇ ਕਿਤੇ ਕੋਈ ਨਾ ਕੋਈ ਕਮੀ ਰਹੀ ਹੈ ਤਾਂ ਹੀ ਹਾਰੇ ਸਾਡੇ। ਇਹ ਸਾਰੀਆਂ ਕਮੀਆਂ ਨੂੰ ਤੁਸੀਂ ਦੂਰ ਕਿਵੇਂ ਕਰੋਗੇ? ਹੁਣ ਮਤਲਬ ਹਾਲਤਾਂ ਨੇ ਜਿਹੜੀਆਂ, ਦੇਖੋ ਚੋਣਾਂ ਦਾ ਸਮਾਂ, ਮੈਂ ਹਰ ਕਾਂਗਰਸੀ ਦੇ ਬੂਹੇ 'ਤੇ ਜਾਊਂਗਾ, ਆਪਣੀ ਗੱਲ ਵੀ ਰੱਖੂੰਗਾ, ਪਾਰਟੀ ਦੀ ਗੱਲ ਵੀ ਰੱਖੂੰਗਾ, ਤਕੜੇ ਕਰਨ ਲਈ ਪਾਰਟੀ ਦੀ, ਠੀਕ ਹੈ। ਜੇ ਮੈਨੂੰ ਕੋਈ ਲਗਾ ਪਾਰਟੀ ਤਾਂ ਉਹਨਾਂ ਨੂੰ ਵੀ ਲਗਾ ਇੰਨਾ, ਠੀਕ ਹੈ। ਉਹਨਾਂ ਨੂੰ ਤਕੜੇ ਕਰਕੇ ਇੱਕ ਪਲੇਟਫਾਰਮ 'ਤੇ ਇਕੱਠੇ ਕਰਕੇ ਜਿਹੜੀ ਡਿਵਾਈਡ ਐਂਡ ਰੂਲ ਦੀ ਇੱਥੇ ਚੱਲ ਰਹੀ ਹੈ ਸਿਸਟਮ, ਉਹਨੂੰ ਖਤਮ ਕਰਕੇ ਇੱਕ ਮਾਲਾ ਦੇ ਮਣਕੇ 'ਚ ਪਰੋ ਕੇ ਪਾਰਟੀ ਨੂੰ ਮਜ਼ਬੂਤ ਕਰਾਂਗੇ। ਢਿੱਲੋਂ ਸਾਹਿਬ, ਤੁਸੀਂ ਕਿਹਾ ਵੀ ਮੈਂ ਹਰ ਪਾਰਟੀ ਦੇ ਨਿਰਾਸ਼ ਵਰਕਰ ਦੇ ਬੂਹੇ 'ਤੇ ਜਾਊਂਗਾ, ਠੀਕ ਹੈ। ਬੂਹੇ 'ਤੇ ਤਾਂ ਤੁਸੀਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੀ ਜਾਏ, ਨਵਜੋਤ ਕੌਰ ਸਿੱਧੂ, ਨਵਜੋਤ ਸਿੰਘ ਸਿੱਧੂ, ਜਿਹੜੇ ਉਹਨਾਂ ਦਾ ਮਤਲਬ ਕੈਪਟਨ ਅਮਰਿੰਦਰ ਸਿੰਘ ਦਾ 36 ਦਾ ਅੰਕੜਾ ਚੱਲਦਾ, ਉਹ ਕਾਂਗਰਸ ਦੇ ਹਾਈ ਕਮਾਂਡ ਤੱਕ ਉਹਨਾਂ ਦੀ ਲੜਾਈ ਪਹੁੰਚੀ ਹੋਈ ਹੈ। ਵੀ ਇਹਨੂੰ ਮਤਲਬ ਕਿਵੇਂ ਸਮਝਿਆ ਜਾਵੇ ਵੀ ਕਿਤੇ ਇਹ ਤਾਂ ਨਹੀਂ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਧੜੇ ਨਾਲ? ਸਾਡਾ ਕੋਈ ਧੜਾ ਨਹੀਂ ਸੀ ਕਾਂਗਰਸ ਪਾਰਟੀ ਦੇ ਨਾਲ, ਠੀਕ ਹੈ। ਜਿਹੜਾ ਪਾਰਟੀ ਦੀ ਮਜ਼ਬੂਤੀ ਲਈ, ਇਹਨਾਂ ਵਰਕਰਾਂ ਦੀ ਆਵਾਜ਼ ਲਈ ਮੈਂ ਇਕੱਲੇ ਨਵਜੋਤ ਸਿੰਘ ਨੂੰ ਹਰ ਲੀਡਰ ਕੋਲੇ ਜਾਊਂਗਾ, ਜਿਹੜਾ ਸਾਡੀ ਬਾਂਹ ਫੜੂਗਾ, ਸਾਡੇ ਵਰਕਰਾਂ ਦੀ ਸੁਣਵਾਈ ਕਰੂਗਾ, ਸਾਡੇ ਸਿਰ 'ਤੇ ਹੱਥ ਰੱਖੂਗਾ, ਅਸੀਂ ਮਤਲਬ ਉਹਦੇ ਨਾਲ ਚੱਲਾਂਗੇ। ਇੱਕ ਇੱਥੇ ਗੱਲ ਹੋਰ ਚੱਲਦੀ ਹੈ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮਤਲਬ ਹੋਂਦ 'ਚ ਆਈ ਹੈ ਤਾਂ ਉਹਨਾਂ ਨੇ ਚੋਣਾਂ ਦੇ ਸਮੇਂ ਜਿਹੜੀ ਸਰਕਾਰ ਬਣਾਉਣ ਤੋਂ ਪਹਿਲਾਂ ਐਲਾਨ ਕੀਤਾ ਸੀ ਵੀ ਅਸੀਂ 0% ਜਿਹੜੀ ਭ੍ਰਿਸ਼ਟਾਚਾਰ ਹੈ ਉਹਨੂੰ ਟੋਲਰੇਟ ਨਹੀਂ ਕਰਾਂਗੇ। ਵੀ ਇੱਥੇ ਜਿਹੜਾ ਬਰਨਾਲਾ ਹੈ, ਜੇ ਆਪਾਂ ਸਰਕਾਰ ਦੀ ਗੱਲ ਛੱਡ ਵੀ ਦਈਏ ਤਾਂ ਬਰਨਾਲਾ ਨਗਰ ਕੌਂਸਲ ਦੇ ਵਿੱਚ ਅਕਾਲੀ ਭਾਰਤੀ ਜਨਤਾ ਪਾਰਟੀ ਜਦੋਂ ਦੋਨਾਂ ਦੀ ਸੱਤਾ 'ਤੇ ਕਾਬਜ਼ ਸੀ ਇੱਥੇ ਨਗਰ ਕੌਂਸਲ 'ਤੇ, ਤਾਂ ਉਦੋਂ ਭ੍ਰਿਸ਼ਟਾਚਾਰ ਦੀਆਂ ਗੱਲਾਂ ਬਹੁਤ ਉੱਠਦੀਆਂ ਰਹੀਆਂ। ਇਹ ਕਿਹਾ ਵੀ ਜਾਂਦਾ ਰਿਹਾ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਕਾਂਗਰਸ ਕੁਝ ਕਰੂਗੀ, ਪਰ ਸਰਕਾਰ ਦਾ ਸਾਰਾ ਸਮਾਂ ਨਿਕਲ ਗਿਆ ਤੇ ਕੋਈ ਭ੍ਰਿਸ਼ਟਾਚਾਰ ਦੀ ਅੱਜ ਵੀ ਜਿਹੜੀ ਬੋਹ ਹੈ, ਇਹ ਐ ਨਹੀਂ ਵੀ ਉਦੋਂ ਦੀ ਗੱਲ ਸੀ, ਉਹ ਭ੍ਰਿਸ਼ਟਾਚਾਰ ਦੀ ਬੋਹ ਨਗਰ ਕੌਂਸਲ ਦੇ ਵਿੱਚ ਅੱਜ ਵੀ ਆਉਂਦੀ ਹੈ। ਵੀ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਵੀ ਜੇ ਲੋਕਾਂ ਦੇ ਵਿੱਚ ਪਾਰਟੀ ਦਾ ਅਕਸ ਚੰਗਾ ਹੋਊਗਾ, ਇਹ ਫੇਰ ਹੀ ਜਿਹੜੀ ਭ੍ਰਿਸ਼ਟਾਚਾਰ ਲਈ ਤਾਂ ਲੜਨਾ ਤੇ ਬੋਲਣਾ ਚਾਹੀਦਾ ਸੀ? ਹਾਂ, ਇਹ ਮੈਂ ਜਦੋਂ ਵੀ ਮੈਨੂੰ ਕਿਸੇ ਹੁਣ ਸੀਨੀਅਰ ਆਗੂ ਨਾਲ ਮੈਂ ਪਾਰਟੀ ਪਲੇਟਫਾਰਮ 'ਤੇ ਇਹ ਗੱਲ ਰੱਖੂੰਗਾ, ਜਿਹੜੇ ਪੂਰੇ ਫੈਕਟ ਲੈ ਕੇ ਸਾਰੀ ਗੱਲ ਪ੍ਰੋਪਰਲੀ ਤਿਆਰੀ ਕਰਕੇ ਮੈਂ ਪਾਰਟੀ ਪਲੇਟਫਾਰਮ 'ਤੇ ਗੱਲ ਰੱਖੂੰਗਾ। ਮੈਨੂੰ ਪਤਾ ਲੋਕ ਕਿਸ ਤਰ੍ਹਾਂ ਕੁਰਲਾ ਰਹੇ ਨੇ, ਕਿਸ ਤਰ੍ਹਾਂ ਹੈਗੇ ਨੇ ਨਾ, ਅਤੇ ਇਹ ਵੀ ਸਾਡੇ, ਮੈਂ ਤਾਂ ਸਮਝਦਾ ਵੀ ਆਗੂਆਂ ਦੀਆਂ ਕਮੀਆਂ ਨੇ। ਜੋ ਤੁਸੀਂ ਇੱਥੇ ਇੰਚਾਰਜ ਹੋ, ਰੋਜ਼ ਅਖਬਾਰਾਂ 'ਚ ਰੌਲਾ ਪੈਂਦਾ, ਤੁਹਾਡੇ ਜਿਹੜੇ ਗ੍ਰੀਵੈਂਸ ਕਮੇਟੀ ਦੇ ਮੈਂਬਰ ਆ ਉੱਥੇ ਰੌਲਾ ਪਾ ਰਿਹਾ ਵੀ ਇੱਥੇ ਆਹ ਹੋ ਗਿਆ। ਜੇ ਤੁਸੀਂ ਫਿਰ ਵੀ ਅੱਖਾਂ ਬੰਦ ਕਰੀ ਬੈਠੇ ਹੋ ਤਾਂ ਲੋਕ ਤੁਹਾਨੂੰ ਇਹੀ ਕਹਿਣਗੇ ਤੁਸੀਂ ਰਲੇ ਹੋਏ ਉਹਨਾਂ ਨਾਲ। ਇੱਕ ਢਿੱਲੋਂ ਸਾਹਿਬ, ਹੋਰ ਗੱਲ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ, ਪਿਛਲੇ ਕਾਫੀ ਸਮੇਂ ਤੋਂ ਚਰਚਾ ਚੱਲਦੀ ਹੈ, ਗਾਹੇ ਵਗਾਹੇ ਜਦੋਂ ਵੀ ਕਿਤੇ ਸਰਦਾਰ ਕੇਵਲ ਸਿੰਘ ਢਿੱਲੋਂ ਮੀਡੀਆ ਦੇ ਸਾਹਮਣੇ ਆਉਂਦੇ ਨੇ ਤਾਂ ਉਹ ਇੱਕ ਗੱਲ ਖਾਸ ਤੌਰ 'ਤੇ ਕਹਿੰਦੇ ਨੇ ਵੀ ਮੈਨੂੰ ਟਿਕਟ ਦਾ ਲਾਲਚ ਕੋਈ ਨਹੀਂ ਸੀ, ਵੀ ਟਿਕਟ ਤਾਂ ਮੈਨੂੰ 1992 ਦੇ ਵਿੱਚ ਵੀ ਕਹਿੰਦੇ ਲੋਕ ਸਭਾ ਦੀ ਟਿਕਟ ਮਿਲੀ ਸੀ, ਅਤੇ ਵੀ ਉਦੋਂ ਵੀ ਮੈਂ ਮਤਲਬ ਜਿਹੜੀ ਮਤਲਬ ਕੈਪਟਨ ਅਮਰਿੰਦਰ ਸਿੰਘ ਜਿਵੇਂ ਹੁਣ ਕਹਿੰਦੇ ਨੇ ਨਾ, ਕਹਿੰਦੇ ਮੈਂ ਚੋਣ ਲੜਨ ਤੋਂ ਪਹਿਲਾਂ ਕਿਹਾ ਸੀ ਵੀ ਮੈਨੂੰ ਪਹਿਲਾਂ ਸਾਡਾ ਜ਼ਿਲ੍ਹਾ ਬਣਾਓ, ਫਿਰ ਮੈਂ ਮਤਲਬ ਪਾਰਟੀ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਰੂੰਗਾ। ਅਤੇ ਇੱਕ ਉਦੋਂ ਕਹਿੰਦੇ ਅਸੀਂ ਤਿਆਗ ਕੀਤਾ, ਵੀ ਇਹ ਤਾਂ ਸਾਫ਼ ਲੱਗਦਾ ਵੀ ਫਿਰ ਉਹ ਤਿਆਗ ਦੀ ਮੂਰਤੀ ਨੇ। ਜਿਹੜੇ ਸਾਡੇ ਇਲਾਕੇ ਦੇ ਲੋਕ ਆ ਬਹੁਤ ਭੋਲੇ ਨੇ, ਇਹ ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਭਰੋਸਾ ਕਰ ਲੈਂਦੇ ਆ, ਬਾਰ-ਬਾਰ ਉਹ ਨਹੀਂ ਕਰਦੇ। ਮਤਲਬ ਜੇ ਆਪਾਂ ਉਹੀ ਗੱਲਾਂ ਰਾ ਕੇ ਮਤਲਬ ਵੋਟਾਂ ਲੈਣੀਆਂ ਚਾਹਾਂਗੇ ਜਾਂ ਉਹਨੂੰ ਚਾਹੁੰਣਾ ਚਾਹਾਂਗੇ, ਉਹ ਇਸ ਗੱਲ ਨੂੰ ਨਹੀਂ ਬਰਦਾਸ਼ਤ ਕਰਨਗੇ। ਪਹਿਲਾਂ ਤਾਂ ਉਹਨਾਂ ਨੇ ਜਿਹੜੀ 89 'ਚ ਉਹਨੂੰ ਟਿਕਟ ਮਿਲੀ ਸੀ, 89 'ਚ, ਠੀਕ ਆ, ਇਹ ਇਹਨਾਂ ਨੂੰ ਟਿਕਟ ਦਿੱਤੀ ਸੀ, ਲੜੇ ਨਹੀਂ ਚੋਣ, ਕਿਉਂਕਿ ਮਾਹੌਲ ਖਰਾਬ ਸੀ ਨਾ। ਤਿਆਗ ਇਹੀ ਸੀ, ਮਾਹੌਲ ਖਰਾਬ ਸੀ। ਤਿਆਗ ਕਿਉਂ ਕੀਤਾ? ਅੱਜ ਅਸੀਂ ਟਿਕਟ ਪਿੱਛੇ, ਅੱਜ ਹੋਰ ਪਿੱਛੇ ਸੀ, ਕੈਪਟਨ ਦੇ ਰੋਜ਼ ਮੋਢਿਆਂ 'ਤੇ ਚੜ੍ਹੇ ਰਹਿੰਦੇ ਹਾਂ ਜਾਂ ਕਿਸੇ ਵੀ ਆਗੂ ਦੇ, ਹੈ ਨਾ। ਅੱਜ ਛੱਡਣ, ਤਿਆਗ ਅੱਜ ਕਰ ਦੇਣ।
ਵੀ ਇਹ ਤੁਹਾਨੂੰ ਤਾਂ ਤਿਆਗ ਨਹੀਂ ਸੀ, ਇਹ ਤਾਂ ਪਾਰਟੀ ਦਾ ਉਸ ਟਾਈਮ ਖੜਨ ਦਾ ਸਮਾਂ ਸੀ, ਉਦੋਂ ਮਾੜਾ ਸਮਾਂ ਸੀ, ਮਾਹੌਲ ਖਰਾਬ ਸੀ, ਖਾੜਕੂਵਾਦ ਦਾ ਟਾਈਮ ਸੀ। ਫਿਰ ਆਪਾਂ ਡਰਪੋਕ ਕਹਿ ਸਕਦੇ ਵੀ ਉਹ ਡਰ ਗਏ, ਛੱਡ ਕੇ ਭੱਜੇ ਆ, ਵੀ ਉਹ ਛੱਡ ਕੇ ਭੱਜ ਗਏ ਸੀ, ਵੀ ਡਰਪੋਕ ਸੀ, ਤਿਆਗ ਨਹੀਂ ਸੀ। ਤਿਆਗ ਨਹੀਂ। ਜਿਹੜੀ ਉਹ ਗੱਲ ਕਰਦੇ ਆ ਵੀ ਮੈਂ ਪਹਿਲਾਂ ਕੈਪਟਨ ਨੂੰ ਕਿਹਾ ਵੀ ਪਹਿਲਾਂ ਜ਼ਿਲ੍ਹਾ ਬਣਾ ਜੀ, ਮੈਂ ਫੇਰ ਰਾਜਨੀਤੀ ਕਰੂੰਗਾ, ਉਹ ਵੀ ਗਲਤ ਗੱਲ ਆ। ਉਹ 2002 'ਚ ਵੀ ਉਹਨੇ ਟਰਾਈ ਕੀਤਾ ਮੈਨੂੰ ਖਰੜ ਤੋਂ ਟਿਕਟ ਮਿਲ ਜਾਵੇ, ਉਹਨੂੰ ਨਹੀਂ ਮਿਲੀ। 2004 'ਚ ਉਹ ਪੂਰੀ ਤਿਆਰੀ ਕਰਕੇ ਇੱਥੇ ਆ ਗਏ ਸੀ, ਸਾਨੂੰ ਅਸੀਂ ਪਾਰਲੀਮੈਂਟ ਲੜਨੀ ਹੈ। ਉਦੋਂ ਅਰਵਿੰਦ ਖੰਨਾ ਜੀ ਮਤਲਬ ਇਹਨਾਂ ਦੇ ਉੱਪਰ ਦੀ ਹੋ ਕੇ ਪਾਰਲੀਮੈਂਟ ਦੀ ਟਿਕਟ ਲਏ, ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਤੁਸੀਂ ਰਾਜਨੀਤੀ ਤੋਂ ਬਾਅਦ ਸ਼ੁਰੂ ਕੀਤੀ ਹੈ? ਯਾਨੀ ਤੁਹਾਨੂੰ ਇਹ ਲੱਗਦਾ ਵੀ ਇਹ ਗੱਲਾਂ ਤਾਂ ਸਿਰਫ ਗੱਲਾਂ ਨੇ? ਉਹ ਗੱਲਾਂ ਨਹੀਂ ਵੀ ਇੱਥੇ ਉਹਨੇ ਭੋਲੇ ਲੋਕ ਆ ਫਿਰ ਮਗਰ ਲੱਗਣੇ, ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ। ਕੀ ਉਹਨਾਂ 'ਚੋਂ ਤੁਸੀਂ ਕੀ ਮਤਲਬ ਫੇਸਬੁੱਕ 'ਤੇ ਵਟਸਐਪ 'ਤੇ ਸੋਸ਼ਲ ਮੀਡੀਆ 'ਤੇ ਪਾ ਕੇ ਤੁਸੀਂ ਕੀ ਕੱਢਣਾ ਉਹਨਾਂ ਦੇ ਪਿੱਛੋਂ? ਕਿਤੇ ਆਪਾਂ ਆਪਣੇ ਮਤਲਬ 4 ਸਮਰਥਕਾਂ ਨੂੰ ਪਵਾ ਦਿੰਦੇ ਹਾਂ ਵੀ ਜਿਹੜਾ ਵੀ ਕਮਰ ਗਰੇਵਾਲ ਜੀ ਨੇ ਕਹਿਤਾ ਜੀ ਵੀ ਭੋਗਾਂ 'ਤੇ ਜਾਣ ਨੂੰ ਮਤਲਬ ਉਹ ਨਹੀਂ ਕਹਿੰਦੇ, ਮਤਲਬ ਨਹੀਂ ਜਾਣਾ ਚਾਹੀਦਾ। ਜੇ ਤੁਸੀਂ ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਹੋਰ ਕਿਤੇ ਜੇ ਉਹਨਾਂ ਨੂੰ ਥੋੜ੍ਹੀ ਦੁੱਖ ਸੁੱਖ ਦੀ ਸਾਂਝ ਹੀ ਨਹੀਂ ਹੈ, ਫਿਰ ਤੁਹਾਡੀ ਕਾਹਦੀ ਸਾਂਝ ਹੈ? ਇਕੱਲੀ ਵੋਟਾਂ ਦੀ ਸਾਂਝ ਰਹਿ ਗਈ। ਫਿਰ ਕਮਰ ਗਰੇਵਾਲ ਜੀ ਦਾ ਗੀਤ ਆਪਣੇ 'ਚ ਇਹ ਵੀ ਕਿਹਾ ਵੀ ਜਿਹੜੇ ਵੀ ਆਪਣਾ ਇਕੱਲੀਆਂ ਇੱਟਾਂ ਲਾਉਣ ਨੂੰ ਜਾਂ ਸਿਵਿਆਂ ਦੇ ਵਿੱਚ ਇੰਟਰਲੋਕ ਲਾਉਣ ਨੂੰ ਵਿਕਾਸ ਨਹੀਂ ਕਹਿੰਦੇ, ਫਿਰ ਉਸ ਗੱਲ ਨੂੰ ਤੁਸੀਂ ਮੰਨ ਲਓ। ਹੋਰ ਵਿਕਾਸ ਜਿਹੜੇ ਵਿਕਾਸ ਆਪਾਂ ਕਹਿੰਦੇ ਵਿਕਾਸ ਪੁਰਸ, ਮਤਲਬ ਇਸ ਤਰ੍ਹਾਂ ਸਿਸਟਮ ਬਣ ਗਿਆ, ਵਿਕਾਸ ਨੂੰ ਲੋਕ ਵਿਨਾਸ਼ ਕਹਿਣ ਲੱਗੇ। ਕਿਸ ਤਰ੍ਹਾਂ ਵਿਨਾਸ਼ ਕਹਿਣ ਲੱਗੇ? ਜਿਵੇਂ ਦੇਖੋ ਵਿਕਾਸ ਦੀ ਜਿਹੜੀ ਗੱਲ ਹੈ, ਕੱਲਾ ਦੇਖੋ ਮਨਿਕਾ ਜੀ, ਜਿਹੜੀਆਂ ਗਲੀਆਂ ਨਾਲੀਆਂ ਬਣਦੀਆਂ ਨੂੰ 70 ਸਾਲ ਹੋ ਗਏ। ਪਹਿਲਾਂ ਦੂਜੀਆਂ ਇੱਟਾਂ ਲੱਗਦੀਆਂ ਸੀ, ਹੁਣ ਇੰਟਰਲੋਕ ਲੱਗ ਲਈਆਂ, ਕਿਤੇ ਸੜਕਾਂ ਬਣਨ ਲੱਗੇ, ਨਾਲੀਆਂ ਬਣੀ ਜਾਂਦੀਆਂ। ਜੇ ਆਪਾਂ ਬਾਰ-ਬਾਰ ਉਸ ਨੂੰ ਵਿਕਾਸ ਕਰੀ ਜਾਈਏ, ਹੋਰ ਆਪਾਂ ਇੱਥੇ ਕੀ ਕੀਤਾ ਲੋਕਾਂ ਲਈ? ਇੱਕ ਜਿਹੜਾ ਲੋਕ ਇਸ ਟਾਈਮ ਇੱਥੇ ਦੀ ਪੋਜੀਸ਼ਨ ਇਹ ਆ ਵੀ ਜੇ ਕਿਸੇ ਕਾਂਗਰਸੀ ਆਗੂ 'ਤੇ ਜਾਂ ਆਮ ਲੋਕਾਂ ਦੇ ਉੱਤੇ ਕੋਈ ਭੀੜ ਪੈ ਜਾਵੇ ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਹੋਵੇ, ਉਹਨਾਂ ਨੂੰ ਇਹ ਨਹੀਂ ਮਤਲਬ ਸਮਝ ਆਉਂਦੀ ਸੀ ਜਾਈਏ ਕਿਹਦੇ ਕੋਲੇ। ਜੇ ਕਿਸੇ ਮਹੱਤਵ ਕੋਲੇ, ਕੋਈ ਐਮਸੀ ਕੋਲੇ, ਕੋਈ ਪ੍ਰਧਾਨ ਕੋਲੇ ਚਲੇ ਜਾਣ ਤਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ, ਉਹਨਾਂ ਦਾ ਵੀ ਫੋਨ ਨਹੀਂ ਚੱਕਿਆ ਜਾਂਦਾ। ਢਿੱਲੋਂ ਸਾਹਿਬ ਤੁਸੀਂ ਕਿਹਾ ਵੀ ਕਹਿੰਦੇ ਜਿਵੇਂ ਇੱਟਾਂ ਨੇ ਜਿਹੜੀਆਂ ਉਹਨੂੰ ਲੱਗੀਆਂ ਨੂੰ ਵੀ ਵਿਕਾਸ ਨਹੀਂ ਕਹਿੰਦੇ, ਢਿੱਲੋਂ ਸਾਹਿਬ ਨੇ ਜ਼ਿਲ੍ਹਾ ਬਣਾਇਆ। ਹਾਂਜੀ, ਤੇ ਇਹ ਤਾਂ ਦੇਣ ਹੈਗੀ ਆ ਢਿੱਲੋਂ ਸਾਹਿਬ ਦੇ? ਹੈਗੀ ਆ। ਜੇ ਚਲੋ ਮੈਂ ਮੰਨਦਾ ਵੀ ਚਲੋ ਜ਼ਿਲ੍ਹਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬਣਾਇਆ, ਜ਼ਿਲ੍ਹੇ ਤਾਂ ਇਕੱਲਾ ਬਰਨਾਲਾ ਥੋੜ੍ਹੀ ਬਣਿਆ, 11 ਜ਼ਿਲ੍ਹੇ ਹੋਰ ਬਣ ਗਏ ਉਦੋਂ ਬਾਅਦ। 12 ਜ਼ਿਲ੍ਹੇ ਹੁੰਦੇ ਸੀ ਪਹਿਲਾਂ ਪੰਜਾਬ ਦੇ, ਹੁਣ 23 ਜ਼ਿਲ੍ਹੇ ਹੋ ਗਏ। ਉਹ ਕਿਹਨੇ ਬਣਾਤੇ? ਚਲੋ ਫਿਰ ਵੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀ ਤੁਸੀਂ ਕੋਈ ਉਪਰਾਲੇ ਕਰੇ ਹੋ, ਤੁਹਾਨੂੰ 2 ਵਾਰੀ ਇੱਥੋਂ ਲੋਕਾਂ ਨੇ ਆਪਣਾ ਨੁਮਾਇੰਦਾ ਬਣਾਇਆ। ਇਹਦਾ ਜੇ ਹੁਣ ਤੁਸੀਂ ਜ਼ਿਲ੍ਹਾ ਬਣਾਤਾ ਤਾਂ ਫਿਰ ਲੋਕਾਂ ਦੀ ਤੁਸੀਂ ਗੱਲ ਨਹੀਂ ਸੁਣਨੀ, ਆਪਦੇ ਵਰਕਰਾਂ ਦੀ ਗੱਲ ਨਹੀਂ ਸੁਣਨੀ। ਜੇ ਤੁਹਾਡਾ ਜੀ ਕਰਦਾ ਵੀ ਅਸੀਂ ਮਤਲਬ ਸਰਕਾਰ ਦੇ ਸਿਰ 'ਤੇ ਜਾਂ ਅਸੀਂ ਵੀ ਕੋਈ ਵੀ ਰੁਤਬਾ ਹਾਸਲ ਕੀਤਾ, ਉਹਨਾਂ ਦਾ ਮਨ ਨਹੀਂ ਕਰਦਾ ਵੀ ਅਸੀਂ ਵੀ ਕੋਈ ਅਚੀਵਮੈਂਟ ਕਰੀਏ ਆਪਣੀ ਪਾਰਟੀ ਦੇ ਵਿੱਚ, ਸਾਡਾ ਕੋਈ ਕੰਮ ਹੋਵੇ, ਕੋਈ ਰਿਸ਼ਤੇਦਾਰ। ਹੁਣ ਹਰੇਕ ਬੰਦੇ ਦਾ ਕੀ ਹੁੰਦਾ ਵੀ ਜਦੋਂ ਮੇਰੇ ਕੋਲ ਹੀ ਫੋਨ ਆਉਣ ਲੱਗਦੇ ਵੀ ਤੁਸੀਂ ਸਾਡਾ ਕੰਮ ਕਰਵਾ ਕੇ ਦਿਓ ਜੀ, ਕਿਹਨੂੰ ਕਹੇ ਬੰਦਾ ਸਾਡਾ ਕੰਮ ਕਰਵਾ ਕੇ ਦਿਓ? ਢਿੱਲੋਂ ਸਾਹਿਬ ਇਸ ਤੋਂ ਬਿਨਾਂ ਇੱਕ ਜੇ ਆਪਾਂ ਵਿਕਾਸ ਦੀ ਗੱਲ ਕਰੀਏ, ਜੇ ਆਪਾਂ ਉਹ ਇੱਟਾਂ ਵਾਲੀ ਗੱਲ ਨਾ ਵੀ ਕਰੀਏ, ਜਿਵੇਂ ਜ਼ਿਲ੍ਹੇ ਦੀ ਹੋਊਗੀ, ਉਹ ਤੁਸੀਂ ਦੱਸਤਾ ਵੀ ਉਹ ਕੈਪਟਨ ਅਮਰਿੰਦਰ ਸਿੰਘ ਨੇ ਬਣਾਇਆ, ਠੀਕ ਹੈ। ਇਸੇ ਤਰ੍ਹਾਂ ਇੱਕ ਹੁਣ ਮਲਟੀ ਸਪੈਸ਼ਲਿਟੀ ਜਿਹੜਾ ਹਸਪੀਟਲ ਤੇ ਟਰਾਮਾ ਸੈਂਟਰ, ਉਹ ਮਾਲਵਾ ਪੱਧਰ ਦਾ ਜਿਹਨੀ ਆਏ ਮੰਨ ਲਓ ਪੰਜਾਬ ਦੇ ਵਿੱਚ ਦੂਜਾ ਹਸਪੀਟਲ ਹੈ ਜਿਹੜਾ ਉਹ ਬਰਨਾਲੇ 'ਚ ਬਣ ਰਿਹਾ, ਕੀ ਉਹ ਕੇਵਲ ਸਿੰਘ ਢਿੱਲੋਂ ਦੀ ਪ੍ਰਾਪਤੀ ਨਹੀਂ ਹੈ? ਉਹ ਕੋਈ ਇਹਨਾਂ ਨੇ ਵੀ ਚਲੋ ਆਪਦੀ ਮੰਗ ਰੱਖੀ ਹੋਈ, ਪਰ ਜਿਹੜਾ ਉਹ 'ਚ ਮੇਨ ਯੋਗਦਾਨ ਆ ਉਹ ਸਰਦਾਰ ਬਲਬੀਰ ਸਿੰਘ ਸਿੱਧੂ ਦਾ। ਉਹ ਇਸ ਇਲਾਕੇ ਦੇ ਨੇ, ਤਪਾ ਮੰਡੀ ਦੇ ਨੇ। ਉਹਨਾਂ ਦੀ ਇੱਛਾ ਸੀਗੀ ਵੀ ਮੈਂ ਆਪਦੇ ਇਲਾਕੇ ਲਈ ਜੇ ਮੈਨੂੰ ਕੋਈ ਤਾਕਤ ਮਿਲੀ ਆ, ਉਹ ਸਿਹਤ ਮੰਤਰੀ ਨੇ, ਵੀ ਮੈਂ ਉਹਦੇ ਲਈ ਆਪਣੇ ਇਲਾਕੇ ਲਈ ਕੁਛ ਕਰ ਸਕਾਂ। ਐਵੇਂ ਕਿਸੇ ਦੀ ਬੀਜੀ ਨੂੰ ਵੱਢਣ ਦਾ ਕੋਈ ਫਾਇਦਾ ਨਹੀਂ। ਜਿਹਨੇ ਤੁਹਾਨੂੰ ਐਂ ਲੱਗਦਾ ਵੀ ਉਹ ਦੁੱਧ ਤੋਂ ਮਲਾਈ ਲਾਉਣ ਨੂੰ ਫਿਰਦੇ ਨੇ, ਕੰਮ ਬਿਲਕੁਲ ਇਹ ਸਾਰਾ ਜਿਹੜੀ ਦੇਣ ਆ ਬਲਬੀਰ ਸਿੰਘ ਸਿੱਧੂ ਜੀ ਦੀ ਹੈ ਜਾਂ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ। ਢਿੱਲੋਂ ਸਾਹਿਬ ਜਿਹੜਾ ਲਗਾਤਾਰ ਜਿਹੜੇ ਵਖਰੇਵੇਂ ਹੋਰ ਇਸ ਤਰ੍ਹਾਂ ਦੇ ਵੱਧ ਰਹੇ ਨੇ, ਦੇਖੋ ਚਾਹੇ ਉਹਨੂੰ ਤੁਸੀਂ ਪਾਰਟੀ ਦੀ ਮਜ਼ਬੂਤੀ ਕਹੋ, ਵੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਕਾਂਗਰਸ ਪਾਰਟੀ ਜਿਹੜੀਆਂ 2022 ਦੀਆਂ ਚੋਣਾਂ ਨੇ ਉਹ ਕੋਈ ਮਜ਼ਬੂਤੀ ਨਾਲ ਚੋਣਾਂ ਬਿਲਕੁਲ ਮਜ਼ਬੂਤ ਕਰਾਂਗੇ। ਜੇ ਪਾਰਟੀ ਨੇ ਸਾਨੂੰ ਮੌਕਾ ਦਿੱਤਾ 3 ਸੀਟਾਂ ਜਿੱਤ ਕੇ ਦੇਵਾਂਗੇ। ਜਿਹੜਾ ਬਰਨਾਲਾ ਸੈਂਟਰ ਹੈ ਇਹਦਾ ਜਿਹੜਾ ਪ੍ਰਭਾਵ ਆ ਇਕੱਲਾ ਬਰਨਾਲੇ ਦੀਆਂ 3 ਸੀਟਾਂ 'ਤੇ ਪਊਗਾ, ਠੀਕ ਹੈ ਨਾ। ਜੇ ਪਾਰਟੀ ਨੇ ਜਾਂ ਪਰਮਾਤਮਾ ਨੇ ਮੈਨੂੰ ਇਹ ਮੌਕਾ ਬਖਸ਼ਿਆ ਤਾਂ ਮੈਂ ਮਤਲਬ ਪ੍ਰੋਮਿਸ ਕਰਦਾ ਪਾਰਟੀ ਨਾਲ 3 ਸੀਟਾਂ ਜਿੱਤ ਕੇ। ਢਿੱਲੋਂ ਸਾਹਿਬ ਤੁਸੀਂ ਐਂ ਦੱਸੋ, ਹੁਣ ਜਿਵੇਂ ਤੁਸੀਂ ਕੰਮ ਤਾਂ ਮਜ਼ਬੂਤੀ ਲਈ ਕਰ ਰਹੇ ਹੋ, ਫਿਰ ਆਉਣ ਵਾਲੀਆਂ ਵਿਧਾਨ ਸਭਾ 'ਚ ਟਿਕਟ ਵੀ ਮੰਗੋਗੇ? ਬਿਲਕੁਲ ਮੰਗਾ ਰੱਖਾਂਗੇ। ਹਰ ਇੱਕ ਦਾ ਵਰਕ ਬੰਦਾ, ਜੇ ਕੋਈ ਹੋਰ ਤੁਰੇ ਫਿਰਦੇ ਨੇ ਜਿਹੜੇ ਬੰਦੇ, ਹਰ ਇੱਕ ਦਾ ਹੱਕ ਆਪਣੀ ਮੰਗ ਮੰਗਦਾ। ਪਾਰਟੀ ਕੀ ਕਰਦੀ ਹੈ ਕਿ ਪਾਰਟੀ ਦਾ ਫੈਸਲਾ ਨਹੀਂ, ਮੰਗਣਾ ਤਾਂ ਹੱਕ ਹੈ। ਜੇ ਟਿਕਟ ਨਾ ਦਿੱਤੀ ਫਿਰ ਕੀ ਕਰੋਗੇ? ਇਹ ਫਿਰ ਉਹ ਮੇਰਾ ਇਕੱਲੇ ਦਾ ਫੈਸਲਾ ਨਹੀਂ ਜੀ। ਜਿਹੜੇ ਨਾਲ ਸਾਥੀ ਨੇ ਜਿਨ੍ਹਾਂ ਨੇ ਮੈਨੂੰ ਇਸ ਪਾਸੇ ਨੂੰ ਤੋਰਿਆ ਜਾਂ ਜਿਹੜੇ ਮੈਨੂੰ ਸਪੋਰਟ ਕਰਦੇ ਆ, ਮਾਨ ਸਨਮਾਨ ਦਿੰਦੇ ਆ, ਉਹ ਸਾਰਿਆਂ ਦਾ ਰਲ ਕੇ ਫੈਸਲਾ ਹੋਊਗਾ ਵੀ ਜਿਸ ਤਰ੍ਹਾਂ ਦਾ ਵੀ ਉਹ ਸਾਥੀ ਫੈਸਲਾ ਕਰਨਗੇ ਅਸੀਂ ਉਹ 'ਤੇ ਵਿਚਾਰ ਕਰਾਂਗੇ। ਇਹ ਸਨ ਕੁਲਦੀਪ ਸਿੰਘ ਜੀ ਕਾਲਾ ਢਿੱਲੋਂ,
ਜਿਹੜੇ ਬੜੇ ਬੇਬਾਕ ਤਰੀਕੇ ਨਾਲ ਇਹਨਾਂ ਨੇ ਆਪਣੀ ਗੱਲਬਾਤ ਰੱਖੀ ਹੈ। ਤੇ ਢਿੱਲੋਂ ਸਾਹਿਬ, ਲਾਸਟ ਦੇ ਵਿੱਚ ਤੁਸੀਂ ਵਰਕਰਾਂ ਨੂੰ, ਪਾਰਟੀ ਦਿਆਂ ਨੂੰ ਤੇ ਇਲਾਕੇ ਦੇ ਲੋਕਾਂ ਨੂੰ ਕੀ ਯਕੀਨ ਦਿਵਾਉਂਦੇ ਹੋ ਵੀ ਜੇ ਤੁਹਾਨੂੰ ਪ੍ਰਮਾਤਮਾ ਕਰੇ ਇਸ ਤਰ੍ਹਾਂ ਦਾ ਕੋਈ ਮੌਕਾ ਮਿਲੇ ਸੇਵਾ ਕਰਨ ਦਾ, ਫਿਰ ਤੁਸੀਂ ਕੀ ਤੁਹਾਡਾ ਕੀ ਇਸ ਤਰ੍ਹਾਂ ਦਾ ਹੈ ਵੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਲੋਕ ਸਭ ਤੋਂ ਪਹਿਲਾਂ ਜਿਹੜੇ ਬੰਦੇ ਨੂੰ ਹਾਜ਼ਰ ਭਾਲਦੇ ਵੀ ਲੀਡਰ ਦਾ ਤੇ ਵਰਕਰਾਂ ਦਾ ਇੱਕ ਇਸ ਤਰ੍ਹਾਂ 9 ਮਾਸ ਦਾ ਰਿਸ਼ਤਾ ਹੋਵੇ ਵੀ ਉਹਨਾਂ ਨੂੰ ਤੁਹਾਡੇ ਕੋਲੇ ਜਾਣ ਲੱਗਿਆ ਕੰਪਲੈਕਸ ਨਾ ਆਵੇ, ਕਿਸੇ ਨੂੰ ਨਾਲ ਲੈ ਕੇ ਨਾ ਜਾਣਾ ਪਵੇ, ਤੁਹਾਡੇ ਵਿੱਚ ਰਹਿਣ ਵਾਲਾ ਹੋਵੇ, ਤੁਹਾਡੇ ਦੁੱਖ ਸੁੱਖ ਨੂੰ ਸਮਝਣ ਵਾਲਾ ਹੋਵੇ। ਤੇ ਜਿਹੜਾ ਹੁਣ ਜੇ ਮੈਂ ਤੁਹਾਡੇ ਇੱਥੇ ਬਹਿ ਕੇ ਮੈਂ ਦੱਸਣ ਲੱਗ ਜਾ ਮੈਂ ਇਹ ਕਰੂੰ ਉਹ ਕਰੂੰ, ਫਿਰ ਤਾਂ ਮੈਨੂੰ ਲੋਕ ਜਿਹੜੇ ਸੁਣ ਰਹੇ ਹੋਣਗੇ ਉਹ ਵੀ ਕਹਿਣਗੇ ਵੀ ਆਮ ਲੀਡਰਾਂ ਨੂੰ ਇੱਥੇ ਮਤਲਬ ਉਹ ਗੱਲ 'ਤੇ ਭਰੋਸਾ ਕਰਨ ਨੂੰ ਹਟ ਗਏ ਲੋਕ ਇਸ ਗੱਲ 'ਤੇ। ਜਦੋਂ ਕੋਈ ਬੰਦਾ ਕਹਿੰਦਾ ਮੈਂ ਇਸ ਤਰ੍ਹਾਂ ਦਾ ਕੰਮ ਕਰੂੰਗਾ, ਜੋ ਪ੍ਰਮਾਤਮਾ ਨੇ ਮੌਕਾ ਬਖਸ਼ਿਆ ਕਰਕੇ ਦਿਖਾਵਾਂਗੇ, ਜਾਂ ਜਿੱਥੇ ਮੈਨੂੰ ਕਿਤੇ ਕੋਈ ਜ਼ਿੰਮੇਵਾਰੀ ਮਿਲੀ ਆ, ਚਾਹੇ ਮੈਨੂੰ ਆਪਦੇ ਸਾਡੇ ਜਿਹੜਾ ਟਰਾਂਸਪੋਰਟ ਮਹਿਕਮੇ ਦਾ ਮੇਰਾ ਕਿੱਤਾ ਟਰਾਂਸਪੋਰਟ ਦਾ, ਉੱਥੇ ਬਤੌਰ ਪ੍ਰਧਾਨ ਕੰਮ ਕਰਨ ਦਾ ਮੌਕਾ ਮਿਲਿਆ, ਜਾਂ ਕਿਤੇ ਮੈਨੂੰ ਹੋਰ ਮਿਲਿਆ ਕਿਤੇ ਵੀ ਕੰਮ ਕਰਨ ਦਾ ਮੌਕਾ, ਉਹ ਲੋਕ ਜਿਹੋ ਜਿਹੀ ਉੱਥੋਂ ਹਿਸਾਬ ਲਾ ਲੈਣ ਵੀ ਜੋ ਮੈਨੂੰ ਜ਼ਿੰਮੇਵਾਰੀ ਮਿਲੀ ਉਹਨੂੰ ਮੈਂ ਕਿਸ ਤਰ੍ਹਾਂ ਨਾਲ ਨਿਭਾਇਆ। ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਸਮਾਂ ਕੱਢਿਆ। ਸਤਿ ਸ਼੍ਰੀ ਅਕਾਲ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।